ਅਸੀਂ ਇੱਥੇ ਕਬੱਡੀ ਵਾਲੇ ਆ, ਕਿਸਾਨਾਂ ਦੇ ਪੁੱਤ ਬਣ ਕੇ ਆਏ ਆ ਜੀ। ਕਿਉਂਕਿ ਜਿੰਨੇ ਵੀ ਪਲੇਅਰ ਸਾਡੇ ਆ ਕਬੱਡੀ ਵਾਲੇ ਪਹਿਲੇ ਦਿਨ ਤੋਂ ਧਰਨਿਆਂ ਦੇ ਉੱਪਰ ਆ। ਕਬੱਡੀ ਵਾਲੇ ਅਸੀਂ ਬਾਅਦ 'ਚ ਜੀ, ਪਹਿਲਾਂ ਕਿਸਾਨ ਦੇ ਪੁੱਤ ਆ। ਲੋਕਾਂ ਨੇ ਧੌਣ ਥੱਲੇ ਗੱਡਤੀ ਆ ਕੇ ਜੱਟਾਂ ਨੇ ਦਿੱਲੀ ਦੇ ਕਹਿੰਦੇ ਹਿੱਕ ਤੇ ਝੰਡੀ ਗੱਡਤੀ। ਅੱਜ ਆ ਕੇ ਜੱਟਾਂ ਨੇ ਮੋਦੀ ਦੀ ਹਿੱਕ ਤੇ ਝੰਡੀ ਗੱਡਤੀ। ਤੇ ਇੱਥੇ ਵੀ ਪੋਜ਼ਿਟਿਵ ਰਹਿ ਕੇ ਆਏ ਆ ਵੀ ਹਾਂ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ, ਕਿਉਂਕਿ ਜਿਹੜੇ ਆਪਣੇ ਪੰਜਾਬੀ ਆ ਇਹ ਸ਼ੁਰੂ ਤੋਂ ਹੀ ਇਦਾਂ ਦੇ ਰਹੇ ਆ ਵੀ ਜਿੱਥੇ ਵੀ ਕਿਤੇ ਵੀ ਜ਼ੁਲਮ ਹੋਇਆ ਤਾਂ ਸ਼ੁਰੂ ਤੋਂ ਪੰਜਾਬੀਆਂ ਨੇ ਉਠਾਇਆ, ਫਤਿਹ ਕੀਤਾ। ਤੇ ਜੇ ਸਾਨੂੰ ਹੁਣ ਪਤਾ ਲੱਗਦਾ ਤੇ ਹੁਣ ਸਾਡੇ ਜਿਹੜੇ ਬਾਪ ਦਾਦੇ ਇੱਥੇ ਆਏ ਆ ਉਹਨਾਂ ਨੂੰ ਵੀ ਮਾਣ ਆ ਵੀ ਹਾਂ ਸਾਡੇ ਨਾਲ ਜੰਗ, ਜਿੱਦਾਂ ਕਿ ਜਨਰੇਸ਼ਨ ਖੜੀ ਆ ਪਹਿਲਾਂ ਉਹਨਾਂ ਨੂੰ ਵੀ ਇਦਾਂ ਸੀ ਵੀ ਸਾਡੇ ਨਾਲ ਜੰਗ ਨਹੀਂ, ਸਾਡੇ ਪਿੱਛੇ ਕੋਈ ਨਹੀਂ, ਪਰ ਹੁਣ ਅੱਜ ਉਹ ਪਿੱਛੇ ਮੁੜ ਕੇ ਦੇਖਦੇ ਆ ਨਾ, ਉਹਨਾਂ ਨੂੰ ਪੰਜਾਬ ਤੱਕ ਲੈਣ ਲੱਗੀ ਜੰਗ। ਤੇ ਪਾਣੀ ਦੀਆਂ ਵਿਛਾੜਾਂ ਉਦੋਂ ਵੀ ਵੱਜਦੀਆਂ ਸੀ, ਅੱਜ ਵੀ ਵੱਜੀਆਂ, ਪਰ ਸਾਡੇ ਪ੍ਰਮਾਤਮਾ ਦੀ ਮਿਹਰ ਨਾਲ ਸਾਡੇ ਪੰਜਾਬੀਆਂ ਦੇ ਖੂਨ 'ਚ ਤੁਹਾਨੂੰ ਪਤਾ ਹੀ ਆ ਵੀ ਆ ਪਾਣੀ ਨਾਲ ਸਾਡਾ ਖੂਨ ਠੰਡਾ ਨਹੀਂ ਹੁੰਦਾ। ਸਭ ਨੂੰ ਇਕੱਠੇ ਕਰਕੇ ਤੁਰਨ ਦੇ ਮਕਸਦ ਦੇ ਨਾਲ ਆਏ ਆ। ਤੇ ਜਦੋਂ ਸਾਰੇ ਇਕੱਠੇ ਹੋ ਕੇ ਉਹਦਾ ਕਹਿੰਦਾ ਪੰਜ ਉਂਗਲਾਂ ਜੇ ਇੱਦਾਂ ਵੱਜਣੀਆਂ ਉਹ ਨਹੀਂ, ਜੇ ਇੱਦਾਂ ਜੁੜ ਕੇ ਵੱਜਣਗੀਆਂ ਤਾਂ ਇੱਕ ਮੁੱਕੀ ਬਣਦੀ ਆ, ਤੇ ਇਹ ਮੁੱਕੀ ਜਾਨ ਵੀ ਲੈ ਸਕਦੀ ਆ। ਪਿਆਰ ਕਰਨ ਵਾਲੇ ਮਿਲਦੇ ਆ ਆਪਣੇ, ਜਿੱਦਾਂ ਕਿ ਲਾ ਲਓ ਇੱਥੇ ਪਹਿਲਾਂ ਇਹਨੂੰ ਜੋੜਿਆ ਗਿਆ ਸੀ ਵੀ ਇਹ ਸਿੱਖੀ ਧਰਮ ਨਾਲ ਆ। ਇੱਥੇ ਆਪਾਂ ਨੇ ਦੇਖਿਆ ਮੁਸਲਿਮ ਵੀ ਆਇਆ, ਹਿੰਦੂ ਵੀ ਆਇਆ, ਸਿੱਖ ਵੀ ਆਇਆ, ਈਸਾਈ ਵੀ ਆਇਆ ਨਾ, ਸਾਰੇ ਇੱਥੇ ਪਤਾ ਲੱਗਦਾ ਵੀ ਸਭ ਇੱਕ ਹੀ ਆ। ਤੇ ਜਦੋਂ ਭੀੜ ਪੈਂਦੀ ਆ ਸਾਰੇ ਇਕੱਠੇ ਹੋਣਾ ਜ਼ਰੂਰੀ ਆ। ਤੇ ਅੱਜ ਸਾਰੇ ਕਿਸਾਨਾਂ ਦੇ ਭੀੜ ਪਈ ਆ ਤੇ ਸਾਰੇ ਕਿਸਾਨ ਇੱਥੇ ਦਿੱਲੀ ਦੇ ਵਿੱਚ ਇਕੱਠੇ ਹੋਏ ਆ। ਗੁੱਸਾ ਆਉਂਦਾ ਗੋਦੀ ਮੀਡੀਆ ਤੇ। ਤੁਹਾਨੂੰ ਸਿੱਧੀ ਗੱਲ ਸੀ, ਉਹਨਾਂ ਨੂੰ ਆਪਾਂ ਇੰਟਰਵਿਊ ਵੀ ਨਹੀਂ ਕਰੀਦੀ ਹੈ ਨਾ। ਤੇ ਆਂਦੀ ਗੋਦੀ ਮੀਡੀਆ ਆਈ ਤੁਹਾਡੇ ਕੋਲ ਇੰਟਰਵਿਊ ਕਰਨ? ਆਉਂਦੀ ਗੋਦੀ ਮੀਡੀਆ ਬਹੁਤ ਚਿਰ ਦੀ ਆਉਂਦੀ ਬਾਈ, ਆਪਾਂ ਨਹੀਂ ਕੀਤੀ ਇੰਟਰਵਿਊ। ਭਜਾਉਂਦੇ ਕਿਵੇਂ ਉਹਨਾਂ ਨੂੰ? ਉਦਾਂ ਹੀ ਬਸ ਭਜਾ ਦੇਈਦਾ ਬਾਈ, ਆਪੇ ਹੀ ਵਗ ਜਾਂਦੇ ਆ। 2 ਦਿਨ ਸਾਡੀਆਂ ਬੇਬੇ ਇੱਥੇ ਰੋਟੀਆਂ ਲਾਉਂਦੀਆਂ ਕਿ ਨਾ, ਉਹ ਇੱਥੇ ਭੇਜ ਕੇ ਦੇਖੋ, ਉਹਨੂੰ ਪਤਾ ਲੱਗੂਗਾ ਵੀ ਇਹ ਅੱਤਵਾਦੀ ਕੀ ਹੈ। ਰੋਟੀਆਂ ਨਹੀਂ ਲਾਉਣੀਆਂ ਉਹਨੂੰ, ਬੇਬਿਆਂ ਕੋਲੇ ਉਦਾਂ ਬਿਠਾਵਾਂਗੇ ਵੀ ਤੂੰ ਬੈਠ ਤੇ ਆ ਬੇਬਿਆਂ ਨੂੰ ਛੇਕ ਹੀ ਦਿਖਾਵਾਂਗੇ, ਪਤਾ ਲੱਗ ਜਾਣਾ ਹਨਾ। ਜੀਪ ਦੇ ਉੱਪਰ ਸਾਨੂੰ ਇੱਕ ਗੱਡੀ ਆਈ, ਉਹਨੇ ਸਿਗਨਲ ਦੇ ਕੇ ਰੋਕ ਲਿਆ। ਤੇ ਰੋਕ ਕੇ ਜਦੋਂ ਅਸੀਂ ਵੀ ਰੋਕ ਲਿਆ। ਉਹ ਕਹਿੰਦਾ ਮੈਂ ਹਰਿਆਣਾ ਪੁਲਿਸ ਦੇ ਵਿੱਚ ASI ਆ। ਉਹ ਸਾਨੂੰ ਜੱਫੀ ਪਾ ਕੇ ਕਹਿੰਦਾ ਮੇਰਾ ਲਾਗੇ ਘਰ ਹੈ, ਇੱਥੇ ਰਹੋ, ਖਾਣਾ ਪੀਣਾ ਕੋਈ ਕੀ ਚੀਜ਼ ਚਾਹੀਦੀ ਤੁਹਾਨੂੰ, ਕੀ ਮੈਂ ਲੋੜ ਪੂਰਾ ਕਹਿੰਦਾ ਮੇਰੀ ਡਿਊਟੀ ਆ ਸਰਕਾਰ ਦੀ, ਮੈਂ ਤੁਹਾਡੇ ਨਾਲ ਜਾ ਨਹੀਂ ਸਕਦਾ, ਪਰ ਕਹਿੰਦਾ ਮੈਂ ਜਿੰਨਾ ਤੁਹਾਡੀ ਮਦਦ ਕਰ ਸਕਦਾ ਦੱਸੋ ਕੀ ਕਰਾਂ। ਜਿਹੜੇ ਜਨਮ ਲਿਆ ਉਹਨੇ ਮਰਨਾ ਵੀ ਹੈ, ਮੋਦੀ ਦਾ ਹੀ ਵਾਲਾ ਟਾਈਮ ਨਹੀਂ ਹੈ ਜੀ। ਕਹਿਣੇ ਵਾਲੇ ਕਿਸਾਨਾਂ ਦਾ ਨਾਰਾ ਸੀ, ਕਹਿੰਦਾ ਪਹਿਲੇ ਲੜੇ ਹੈ ਗੋਰੋਂ ਸੇ, ਅਬ ਲੜेंगे ਚੋਰੋਂ ਸੇ। ਕਹਿੰਦਾ ਹੁੰਦਾ ਪੰਗਾ ਪਏ ਉਦੋਂ ਪਰ ਰਾਹ ਪਏ ਤੇ ਬਾਹ ਪੈ ਜਾਣੀਆਂ। ਹੁਣ ਮੈਕ ਤੇ ਫੜਾ ਮਾਰਨ ਨੂੰ ਜੀ ਨਹੀਂ ਕਰਦਾ, ਜਾਂ ਤਾਂ ਮਾੜੀ ਮੋਦੀ ਸਿਕਿਉਰਿਟੀ ਪਰਾਂ ਨੂੰ ਕਰਾ ਕੇ ਤੇ ਮੈਚ ਕਰਾਓ, ਫੇਰ ਦੱਸਾਂਗੇ ਕਿਵੇਂ। ਗੱਜ ਜਿੱਡੀ ਚੌੜੀ ਛਾਤੀ ਉੱਤੇ ਮਾਣਨੀ, ਜਿਗਰਾ ਬਥੇਰਾ ਸ਼ੇਰ ਜਿੱਡੀ ਜਾਣਨੀ। ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ, ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ। ਹਮੇਸ਼ਾ ਦੀ ਤਰ੍ਹਾਂ ਤੁਹਾਡਾ ਇਸਤਕਬਾਲ ਕਰਦਾ। ਕਮੈਂਟੇਟਰ ਸਾਹਿਬ ਜਦੋਂ ਕਮੈਂਟਰੀ ਸ਼ੁਰੂ ਕਰਦੇ ਆ ਕਬੱਡੀ ਦੇ ਮੈਦਾਨ ਤੇ ਉਸ ਮਾਈਕ ਚੋਂ ਜਦੋਂ ਆਵਾਜ਼ ਗੂੰਜਦੀ ਹੋਈ ਇੱਕੋ ਇੱਕ ਨਿਕਲਦੀ ਹੈ, ਤਾਂ ਨਿਕਲਦੀ ਕੀ ਹੈ? ਖੁਸ਼ੀ, ਖੁਸ਼ੀ, ਖੁਸ਼ੀ। ਤੇ ਜਿਹੜੀ ਭੀੜ ਲੱਖਾਂ ਦੇ ਵਿੱਚ ਉਸ ਮੈਦਾਨ ਦੇ ਵਿੱਚ ਬੈਠੀ ਹੁੰਦੀ ਹੈ, ਉੱਠ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੰਦੀ ਹੈ। ਅੱਜ ਸਿੰਘੂ ਬਾਰਡਰ ਤੇ ਮੌਜੂਦ ਹਾਂ। ਇਸ ਮੌਜੂਦਗੀ ਦਾ ਕਾਰਨ ਇਹ ਹੈ ਕਿ ਕਿਸਾਨਾਂ ਦਾ ਜੋ ਸੰਘਰਸ਼ ਚੱਲਦਾ ਪਿਆ, ਉਹ ਕੇਂਦਰ ਦੀ ਸਰਕਾਰ ਤੱਕ ਇੱਕ ਜਵਾਬ ਜਾਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਪੰਜਾਬੀ ਗੱਭਰੂ, ਸਾਡੇ ਪੰਜਾਬੀ ਜਿਹੜੀ ਨੌਜਵਾਨੀ ਹੈਗੀ ਹੈ, ਉਹ ਝੁਕਣ ਵਾਲਿਆਂ 'ਚੋਂ ਨਹੀਂ ਹੈਗੀ ਹੈ। ਮੇਰਾ ਸਾਥ ਦੇਣਗੇ ਖੁਸ਼ੀ ਦੁੱਗਾ, ਜੋ ਕਿ ਜ਼ਬਰਦਸਤ ਤਰੀਕੇ ਦੇ ਨਾਲ ਮੋਰਚਾ ਸਾਂਭ ਕੇ ਬੈਠੇ ਹੋਏ ਆ, ਭਾਵੇਂ ਕਬੱਡੀ ਦਾ ਮੈਦਾਨ ਹੋਵੇ ਤੇ ਭਾਵੇਂ ਸਿੰਘੂ ਬਾਰਡਰ ਹੋਵੇ। ਖੁਸ਼ੀ ਜੀ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਆ, ਖੁਸ਼ੀ ਵੱਲੋਂ ਸਤਿ ਸ਼੍ਰੀ ਅਕਾਲ। ਜੱਫੇ ਪੈਰੇ ਕਿ ਨਹੀਂ ਪੈਰੇ ਕੇਂਦਰ ਨੂੰ? ਜੀ ਬਹੁਤ ਵਧੀਆ, ਤੁਹਾਨੂੰ ਪਤਾ ਹੀ ਆ ਕੇਂਦਰ ਸਾਰੇ ਪਾਸੇ ਘਿਰਿਆ ਹੋਇਆ, ਚਾਰੇ ਜਾਪੀ ਪੂਰੇ ਕਰੜੇ ਲੱਗੇ ਹੋਏ ਆਲੇ ਦੁਆਲੇ ਹਨਾ। ਤੇ ਤੁਹਾਡੇ ਸਾਹਮਣੇ ਹੀ ਆ ਜਿਹੜਾ ਕੁਛ ਆ ਬਹੁਤ ਵਧੀਆ, ਜਿੱਦਾਂ ਕਿ ਪਹਿਲਾਂ ਵੀ ਇੱਥੇ ਸੀ ਤੇ ਹੁਣ ਹੋਰ ਵੀ ਜਿੱਦਾਂ ਰਸ਼ ਵੀ ਵਧੀ ਜਾਂਦਾ, ਤੇ ਹੋਰ ਜਿਹੜੇ ਸਾਡੇ ਲੋਕ ਜਾਗਰੂਕ ਨਹੀਂ ਹੋਏ ਸੀ ਪਹਿਲਾਂ, ਉਹ ਵੀ ਜਾਗਰੂਕ ਹੋ ਕੇ ਆ ਰਹੇ ਆ। ਪੰਜਾਬ ਤੋਂ ਦੇਖਦੇ ਆ ਵੀ ਹਮੇਸ਼ਾ ਹੀ ਜਿੱਦਾਂ ਕਿ ਲਾ ਲਓ 100-200 ਟਰਾਲੀ ਡੇਲੀ ਦੀ ਵੱਧ ਰਹੀ ਆ, ਵੀ ਇੱਦਾਂ ਨਹੀਂ ਵੀ ਰਾਸ਼ਨ ਵੀ ਆ ਰਿਹਾ। ਆ ਤੁਹਾਡੇ ਸਾਹਮਣੇ ਬਾਬੇ ਨਾਨਕ ਦਾ ਲਾਇਆ ਹੋਇਆ 20 ਰੁਪਈਆਂ ਵਾਲਾ ਲੰਗਰ ਦੇਖੋ ਕਿੱਦਾਂ ਚੱਲਦਾ, ਕਿਤੇ ਦੁੱਧ ਦਾ ਚੱਲਦਾ, ਕਿਤੇ ਖੋਏ ਦੀਆਂ ਪਿੰਨੀਆਂ ਚੱਲਦੀਆਂ, ਕਦੇ ਬਦਾਮ ਚੱਲਦੇ ਆ, ਕਿਤੇ ਪਕੌੜੇ ਚੱਲਦੇ ਆ ਚਾਹ ਨਾਲ। ਤੇ ਜਿੱਦਾਂ ਕਿ ਕਹਿ ਦਈਏ ਵੀ ਕਿਸਾਨੀ ਸੰਘਰਸ਼ 'ਚ ਇਕੱਲਾ ਪੰਜਾਬ ਦਾ ਕਿਸਾਨ ਹੀ ਨਹੀਂ, ਆਪਣੇ ਆਲ ਇੰਡੀਆ ਦੇ ਕਿਸਾਨ ਪਹੁੰਚਿਆ ਹੋਇਆ। ਤੁਸੀਂ ਵੀ ਦੇਖਿਆ ਹੋਊਗਾ, ਅਸੀਂ ਵੀ ਦੇਖਦੇ ਹਾਂ ਵੀ ਆਲ ਇੰਡੀਆ ਦੇ ਕਿਸਾਨ ਇਕਜੁੱਟ ਹੋ ਕੇ ਚੱਲਿਆ, ਤੇ ਬਾਬਾ ਮਿਹਰ ਕਰੇ ਜਿੱਤ ਫਤਿਹ ਆ।
ਦਿਨ ਚੱਰਿਆ ਕੀ ਹੁੰਦੀ ਹੈ, ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਤੇ ਜਿਵੇਂ ਸੂਰਜ ਡੁੱਬਦਾ ਜਾਂਦਾ ਹੈ, ਰਾਤ ਹੁੰਦਿਆਂ ਤੱਕ ਕਿਵੇਂ ਬਿਸਤਰੇ ਤੇ ਵਾਪਸ ਲੌਟ ਜਾਂਦੇ ਹੋ, ਉਹਦੇ ਬਾਰੇ ਥੋੜਾ ਦੱਸੋ। ਬਾਜੀ ਇਦਾਂ ਹੀ ਆ ਵੀ ਦੇਖਦੇ ਆ ਕੀ ਬਣ ਰਿਹਾ, ਕੇਂਦਰ ਕਿੱਦਾਂ ਉਹ ਕਰ ਰਹੀ ਆ ਨਾ ਸਾਡੇ ਨਾਲ, ਕਿੱਦਾਂ ਬਿਹੇਵ ਕਰ ਰਹੀ ਆ, ਕਿੱਦਾਂ ਦਾ ਸਾਡੇ ਕਿਸਾਨਾਂ ਲਈ ਉਹ ਜਿੱਦਾਂ ਕਿ ਲਾ ਲਈਏ ਸੋਚ ਰਹੀ ਆ। ਤੇ ਡੇਲੀ ਮੀਟਿੰਗਾਂ ਹੋ ਰਹੀਆਂ ਤੇ ਇਧਰੋਂ ਕਿਸਾਨਾਂ ਦੇ ਵਿੱਚ ਵੀ ਹੋ ਰਹੀਆਂ ਤੇ ਹਜੇ ਤੱਕ ਕੋਈ ਜਿੱਦਾਂ ਕਿ ਸਿੱਟਾ ਨਹੀਂ ਨਿਕਲਿਆ ਤੇ ਉਮੀਦ ਆ ਵੀ ਜਲਦ ਨਿਕਲੂਗਾ। ਜਿਹੜੇ ਹਿਸਾਬ ਨਾਲ ਸੰਘਰਸ਼ ਆ ਇੱਕ ਸ਼ਾਂਤਮਈ ਢੰਗ ਨਾਲ ਆਪਣੇ ਜਿੱਦਾਂ ਕਿ ਲਾ ਲਓ ਸੰਘਰਸ਼ ਕਰ ਰਹੇ ਆ ਕਿਸਾਨ, ਕੋਈ ਇਹਨਾਂ ਦੇ ਵਿੱਚ ਕਹੀ ਜਾਂਦੇ ਆ ਵੀ ਹੁੱਲੜਬਾਜ਼ ਆ, ਇਦਾਂ ਦੇਖ ਤੁਹਾਡੇ ਸਾਹਮਣੇ ਹੀ ਆ ਨਾ ਵੀ ਸਾਰੇ ਸ਼ਾਂਤਮਈ ਢੰਗ ਨਾਲ ਦੇਖੋ ਲੱਖਾਂ ਦੀ ਗਿਣਤੀ 'ਚ ਕਿਸਾਨ ਇਕੱਠੇ ਹੋਏ ਹੋਏ ਆ। ਇਕੱਲਾ ਇਦਾਂ ਹੀ ਨਹੀਂ ਕਹਿੰਦੇ ਪੰਜਾਬ ਤੋਂ, ਹਰਿਆਣੇ ਤੋਂ, ਮੱਧ ਪ੍ਰਦੇਸ਼ ਤੋਂ, ਯੂਪੀ ਤੋਂ, ਕੇਰਲਾ ਤੋਂ, ਤਮਿਲਨਾਡੂ ਤੋਂ, ਸਾਰੇ ਕਿਤੋਂ ਕਿਸਾਨ ਪਹੁੰਚਿਆ ਹੋਇਆ ਤੇ ਇਕਜੁੱਟਤਾ ਦਾ ਸੁਨੇਹਾ ਦੇ ਰਿਹਾ। ਬਾਈ ਜੀ ਖੁਸ਼ੀ ਇੱਥੇ ਹੁਣ ਖੁਸ਼ੀ ਦੀ ਐਂਟਰੀ ਹੋਈ ਹੋਵੇ ਤੇ ਕੋਈ ਜ਼ਬਰਦਸਤ ਕਮੈਂਟਰੀ ਨਾ ਹੋਵੇ। ਬਾਈ ਦਾ ਵੇ ਤੁਹਾਡਾ ਮੈਂ ਤਾਰੁਫ ਕਰਾ ਦਿੰਨਾ, ਇਹ ਅਮਨ ਭਾਜੀ ਹੈ। ਜਦੋਂ ਐਂਟਰੀ ਹੁੰਦੀ ਹੈ ਕਿਸੇ ਕਬੱਡੀ ਪਲੇਅਰ ਦੀ ਮੈਦਾਨ ਦੇ ਵਿੱਚ, ਕਮੈਂਟੇਟਰ ਦਾ ਕੰਮ ਹੁੰਦਾ ਲੋਕਾਂ ਦੇ ਵਿੱਚ ਜੋਸ਼ ਭਰਨਾ, ਖੂਨ ਨੂੰ ਉਬਾਲ ਦੇਣਾ, ਇਹ ਉਹ ਕੰਮ ਕਰਦੇ ਆ। ਖੁਸ਼ੀ ਭਾਜੀ ਇੱਥੇ ਹੈ, ਕਮੈਂਟਰੀ ਕਰਕੇ ਇੱਕ ਵਾਰੀ ਲੋਕਾਂ 'ਚ ਜੋਸ਼ ਭਰ ਦਿਓ। ਜੋਸ਼ ਤਾਂ ਹੀ ਇਹੀ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅਸੀਂ ਇੱਥੇ ਕਬੱਡੀ ਵਾਲੇ ਆ, ਕਿਸਾਨਾਂ ਦੇ ਪੁੱਤ ਬਣ ਕੇ ਆਏ ਆ ਜੀ, ਕਿਉਂਕਿ ਜਿੰਨੇ ਵੀ ਪਲੇਅਰ ਸਾਡੇ ਆ ਕਬੱਡੀ ਵਾਲੇ ਪਹਿਲੇ ਦਿਨ ਤੋਂ ਧਰਨਿਆਂ ਦੇ ਉੱਪਰ ਆ। ਕਬੱਡੀ ਵਾਲੇ ਅਸੀਂ ਬਾਅਦ 'ਚ ਜੀ, ਪਹਿਲਾਂ ਕਿਸਾਨ ਦੇ ਪੁੱਤ ਆ। ਇੱਥੇ ਕਬੱਡੀ ਦੇ ਗਰਾਊਂਡ ਦੀ ਕਿਉਂਕਿ ਤੁਹਾਡਾ ਜੋ ਜੋਬ ਆ ਤੁਸੀਂ ਵਧੀਆ ਤਰੀਕੇ ਨਾਲ ਕਰਦੇ ਹੋ, ਤੁਸੀਂ ਵਧੀਆ ਇੰਟਰਵਿਊਜ਼ ਕਰਾਇਆ ਖੁਸ਼ੀ ਭਾਜੀ ਨੂੰ ਵੀ, ਸਾਨੂੰ ਵੀ, ਪਰ ਅਸੀਂ ਇੱਥੇ ਮੁੱਦਾ ਸਿਰਫ ਸਾਡਾ ਕਿਸਾਨੀ ਦਾ, ਅਸੀਂ ਸੰਘਰਸ਼। ਹਾਂਜੀ, ਕਬੱਡੀ ਦੇ ਮੈਦਾਨ ਤੇ ਕਬੱਡੀ ਨੂੰ ਲੈ ਕੇ ਕਮੈਂਟਰੀ ਹੁੰਦੀ ਹੈ, ਆਪਾਂ ਕਿਸਾਨਾਂ ਦੇ ਮੈਦਾਨ ਤੇ ਆ ਨਾ, ਉਹਨੂੰ ਲੈ ਕੇ ਹੋ ਸਕਦੀ ਹੈ? ਹਾਂ ਹੋ ਸਕਦੀ ਹੈ ਜੀ। ਧੌਲ ਮਾਰ ਕੇ ਮੋਦੀ ਦੀ ਲੋਕਾਂ ਨੇ ਧੌਣ ਥੱਲੇ ਗੱਡਤੀ ਆ ਕੇ ਜੱਟਾਂ ਨੇ ਦਿੱਲੀ ਦੇ ਕਹਿੰਦੇ ਹਿੱਕ ਤੇ ਝੰਡੀ ਗੱਡਤੀ, ਅੱਜ ਆ ਕੇ ਜੱਟਾਂ ਨੇ ਮੋਦੀ ਦੀ ਹਿੱਕ ਤੇ ਝੰਡੀ ਗੱਡਤੀ। ਇੱਥੇ ਨੌਜਵਾਨ ਹੋਰ ਵੀ ਮੌਜੂਦ ਹੈਗੇ ਆ। ਜਦੋਂ ਭਾਈ ਸਾਹਿਬ ਖੁਸ਼ੀ ਵਰਗੀ ਸ਼ਖਸੀਅਤ ਇੱਥੇ ਆ ਕੇ ਮੋਰਚੇ ਤੇ ਬੈਠਦੀ ਹੈ ਤੇ ਤੁਹਾਡੇ 'ਚ ਕਿਸ ਤਰ੍ਹਾਂ ਦਾ ਜੋਸ਼ ਹੁੰਦਾ? ਬਹੁਤ ਖੁਸ਼ੀ ਹੁੰਦੀ ਹੈ ਭਾਜੀ, ਇਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਆਪ ਨੂੰ ਵੀ ਹੌਸਲਾ ਮਿਲਦਾ ਜੀ, ਇਹ ਦੇਖ ਕੇ ਵੀ ਮਤਲਬ ਕਿ ਜ਼ਿਆਦਾ ਜਾਗਰੂਕ ਹੋ ਜੀਦਾ ਦੇਖ ਕੇ ਜੀ, ਖੁਸ਼ੀ ਹੁੰਦੀ ਹੈ। ਖੁਸ਼ੀ ਇੱਕ ਚੀਜ਼ ਦੱਸੋ ਮੈਨੂੰ, ਕੇਂਦਰ ਦੀ ਸਰਕਾਰ ਕਹਿੰਦੇ ਬੜੀ ਢੀਠ ਹੈ, ਹੰਕਾਰੀ ਹੋਈ ਹੈ, ਜਿਹੜੇ ਵੀ ਬੰਦੇ ਕੋਲ ਜਾ ਕੇ ਪੁੱਛ ਲਓ ਕਿ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਪਹਿਲਾ ਲਫ਼ਜ਼ ਜਿਹੜਾ ਮੂੰਹ ਚੋਂ ਨਿਕਲਦਾ ਉਹੀ ਹੈ ਕਿ ਮੋਦੀ ਸਾਹਿਬ ਸੁਣਨ ਵਾਲੇ ਨਹੀਂ ਹੈਗੇ। ਖੁਸ਼ੀ ਆਪਣਾ ਪਿੰਡ ਛੱਡ ਕੇ ਕਬੱਡੀ ਦੇ ਮੈਦਾਨ ਤੋਂ ਦੂਰ ਕਿਸਾਨਾਂ ਦੇ ਮੈਦਾਨ ਦੇ ਵਿੱਚ ਸੰਘਰਸ਼ ਕਰਦੇ ਪਏ ਆ। ਜੇ ਇੱਥੋਂ ਨਾ ਉਮੀਦ ਹੋ ਕੇ ਜਾਂਦੇ ਹੋ, ਇਸ ਤਰ੍ਹਾਂ ਦੇ ਕੋਈ ਖਿਆਲ ਪੈਦਾ ਹੁੰਦੇ ਆ ਦਿਮਾਗ ਦੇ ਵਿੱਚ, ਜੇ ਇਸ ਤਰ੍ਹਾਂ ਹੋ ਗਿਆ ਤੇ ਮੈਂ ਪਿੰਡ 'ਚ ਜਾ ਕੇ ਜਵਾਬ ਕੀ ਦੇਵਾਂਗਾ ਕਿ ਖੁਸ਼ੀ ਤਾਂ ਮੋਰਚਾ ਫਤਿਹ ਕਰਨ ਗਿਆ ਸੀ ਪਰ ਹੱਥ ਪੱਲੇ ਕੁਛ ਨਹੀਂ ਲੱਗਾ? ਨਹੀਂ, ਕਦੇ ਵੀ ਜੀ ਨੈਗੇਟਿਵ ਖਿਆਲ ਆਈ ਨਹੀਂ ਜ਼ਿੰਦਗੀ 'ਚ, ਹੈ ਨਾ। ਜੇ ਨੈਗੇਟਿਵ ਖਿਆਲ ਆਊਗਾ ਤਾਂ ਹਮੇਸ਼ਾ ਨੈਗੇਟਿਵ ਪਾਸੇ ਨੂੰ ਲੈ ਕੇ ਜਾਊ। ਆਪਾਂ ਹਮੇਸ਼ਾ ਪੋਜ਼ਿਟਿਵ ਰਹਿ ਕੇ ਤੁਰੀਦਾ ਤੇ ਇੱਥੇ ਵੀ ਪੋਜ਼ਿਟਿਵ ਰਹਿ ਕੇ ਆਏ ਆ ਵੀ ਹਾਂ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ, ਕਿਉਂਕਿ ਜਿਹੜੇ ਆਪਣੇ ਪੰਜਾਬੀ ਆ ਇਹ ਸ਼ੁਰੂ ਤੋਂ ਹੀ ਇਦਾਂ ਦੇ ਰਹੇ ਆ ਵੀ ਜਿੱਥੇ ਵੀ ਕਿਤੇ ਵੀ ਜ਼ੁਲਮ ਹੋਇਆ ਤਾਂ ਸ਼ੁਰੂ ਤੋਂ ਪੰਜਾਬੀਆਂ ਨੇ ਉਠਾਇਆ, ਫਤਿਹ ਕੀਤਾ। ਤੇ ਬਾਕੀ ਬਾਤ ਜਿਹੜਾ ਹੁਣ ਕਿਸਾਨੀ ਤੇ ਦੇਖੋ ਵੀ ਪਹਿਲਾਂ ਹੋਰ ਰਾਜਾਂ ਦੇ ਵਿੱਚ ਇਹ ਬਿੱਲ ਪਾਸ ਹੋ ਗਏ ਜੀ, ਪਰ ਜਦੋਂ ਪੰਜਾਬ ਲਈ ਆਏ ਤਾਂ ਪੰਜਾਬ 'ਚੋਂ ਆਵਾਜ਼ ਉੱਠੀ ਤੇ ਅੱਜ ਸਾਰੀ ਭਾਰਤ ਦਾ ਕਿਸਾਨ, ਆਪਣੇ ਇੰਡੀਆ ਦਾ ਕਿਸਾਨ ਸਾਰਾ ਦਿੱਲੀ ਦੇ ਆਲੇ ਦੁਆਲੇ ਬੈਠਾ ਤੇ ਆਪਣੇ ਸੰਘਰਸ਼ ਲੜ ਰਿਹਾ। ਅੱਛਾ ਖੁਸ਼ੀ ਇੱਕ ਚੀਜ਼ ਦੱਸੋ, ਜ਼ਿੰਦਗੀ ਦੇ ਵਿੱਚ ਪਹਿਲਾਂ ਵੀ ਕਿਤੇ ਸੰਘਰਸ਼ਾਂ 'ਚ ਗਏ ਹੋ, ਕਿਤੇ ਮੋਰਚਿਆਂ 'ਚ ਗਏ ਹੋ, ਕੋਈ ਪ੍ਰੋਟੈਸਟ ਹੁੰਦਾ ਸੀਗਾ ਉੱਥੇ ਗਏ ਹੋ, ਕਿ ਜ਼ਿੰਦਗੀ ਦਾ ਪਹਿਲਾ ਤਜਰਬਾ? ਨਹੀਂ, ਸਾਡੀ ਜ਼ਿੰਦਗੀ ਦਾ ਜੀ ਪਹਿਲਾ ਤਜਰਬਾ, ਜਿੱਦਾਂ ਕਿ ਇਦੋਂ ਪਹਿਲਾਂ 2 ਮਹੀਨੇ ਪਹਿਲਾਂ ਧਰਨੇ ਲੱਗੇ ਆ ਤੇ ਉਦੋਂ ਦੇ ਆਹ ਸਾਡੀ ਜ਼ਿੰਦਗੀ ਦਾ ਜਿੱਦਾਂ ਕਿਸਾਨੀ ਸੰਘਰਸ਼ ਵਾਲਾ ਪਹਿਲਾਂ ਸਾਡੇ ਦਾਦਾ ਜੀ ਜਾਂਦੇ ਸੀ ਤੇ ਉਹਨਾਂ ਦੇ ਬਿੱਲੇ ਅਸੀਂ ਛੋਟੇ ਹੁੰਦੇ ਨੇ ਆਪਦੇ ਜੇਬਾਂ ਦੇ ਲਾਇਆ। ਕੀ ਨਾਮ ਸੀਗਾ ਦਾਦਾ ਜੀ ਦਾ? ਦਾਦਾ ਜੀ ਮੁਖਤਿਆਰ ਸਿੰਘ ਜੀ ਦੁੱਗਾ ਤੋਂ ਤੇ ਘੋੜੀਆਂ ਵਾਲੇ ਵੱਜਦੇ ਤੇ ਉਹ ਜਾਂਦੇ ਰਹੇ ਆ ਤੇ ਉਹਨਾਂ ਵਾਲਾ ਬਿੱਲਾ ਅਸੀਂ ਛੋਟੇ ਹੁੰਦੇ ਲਾਉਂਦੇ ਰਹਿੰਦੇ ਜੇਬਾਂ ਦੇ ਤੇ ਉਦੋਂ ਇੰਨਾ ਪਤਾ ਨਹੀਂ ਸੀ ਕਿਸਾਨੀ ਦਾ ਜਿੱਦਾਂ ਕਿ ਇਹ ਕਿੱਦਾਂ ਦਾ ਨਾ, ਤੇ ਹੁਣ ਅਸੀਂ ਵਿੱਚ ਆ ਕੇ ਵਿਤਰੇ ਆ ਤੇ ਸਾਨੂੰ ਹੁਣ ਪਤਾ ਲੱਗਦਾ। ਤੇ ਹੁਣ ਸਾਡੇ ਜਿਹੜੇ ਬਾਪ ਦਾਦੇ ਇੱਥੇ ਆਏ ਆ ਉਹਨਾਂ ਨੂੰ ਵੀ ਮਾਣ ਆ ਵੀ ਹਾਂ ਸਾਡੇ ਨਾਲ ਜੰਗ, ਜਿੱਦਾਂ ਕਿ ਜਨਰੇਸ਼ਨ ਖੜੀ ਆ, ਪਹਿਲਾਂ ਉਹਨਾਂ ਨੂੰ ਵੀ ਇਦਾਂ ਸੀ ਵੀ ਸਾਡੇ ਨਾਲ ਜੰਗ ਨਹੀਂ, ਸਾਡੇ ਪਿੱਛੇ ਕੋਈ ਨਹੀਂ, ਪਰ ਹੁਣ ਅੱਜ ਉਹ ਪਿੱਛੇ ਮੁੜ ਕੇ ਦੇਖਦੇ ਆ ਨਾ, ਉਹਨਾਂ ਨੂੰ ਪੰਜਾਬ ਤੱਕ ਲੈਣ ਲੱਗੀ ਜੰਗ ਮੁੰਡਿਆਂ ਦੀ ਤੇ ਜੰਗ। ਦਾਦਾ ਜੀ ਦਾ ਕੋਈ ਕਿੱਸਾ, ਕੋਈ ਕਹਾਣੀ ਸਾਡੇ ਨਾਲ ਸਾਂਝੀ ਕਰੋ, ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਉਹ ਕੋਈ ਵੀ ਇਸ ਤਰ੍ਹਾਂ ਦੇ ਅੰਦੋਲਨ ਹੁੰਦੇ ਸੀਗੇ ਉੱਥੇ ਜਾਇਆ ਕਰਦੇ ਸੀਗੇ, ਆ ਕੇ ਆਪਣੇ ਪੋਤਰੇ ਨੂੰ ਕੀ ਸਮਝਾਇਆ ਕਰਦੇ ਸੀ, ਦੱਸਦੇ ਸੀ? ਹਾਂਜੀ, ਉਦੋਂ ਜਦੋਂ ਬਹੁਤ ਨਿਆਣੇ ਸੀ, ਪਹਿਲੀ ਵਾਰ ਜਿੱਦਾਂ ਦਾਦਾ ਜੀ ਗਏ ਆਪਣੇ ਹਜੂਰ ਸਾਹਿਬ ਹੋਈ ਸੀ ਰੈਲੀ, ਤੇ ਉੱਥੇ ਜਿੱਦਾਂ ਮਾੜੀ ਮੋਟੀ ਜਿੱਦਾਂ ਕਿ ਹੋਈ, ਉਹਨਾਂ ਦੀ ਬਾਂਹ 'ਤੇ ਫ੍ਰੈਕਚਰ ਆਇਆ ਤੇ ਉੱਥੋਂ ਪਲਾਸਟਰ ਲਵਾ ਕੇ ਆਏ ਸੀ ਤੇ ਦੱਸਦੇ ਜੀ ਵੀ ਹਾਂ ਇਹ ਜਿੱਦਾਂ ਕਿ ਕਿਸਾਨੀ, ਡੈਡੀ ਹੋਰੀ ਦੱਸਦੇ ਹੁੰਦੇ ਜੀ ਵੀ ਕਿਸਾਨੀ ਰੈਲੀ ਤੋਂ ਆਏ ਤੇ ਦਾਦਾ ਕਰਕੇ ਉੱਥੇ ਆਹ ਚੀਜ਼ਾਂ ਹੋਈਆਂ ਤੇ ਪਾਣੀ ਦੀਆਂ ਵਿਛਾੜਾਂ ਉਦੋਂ ਵੀ ਵੱਜਦੀਆਂ ਸੀ, ਅੱਜ ਵੀ ਵੱਜੀਆਂ, ਪਰ ਸਾਡੇ ਪ੍ਰਮਾਤਮਾ ਦੀ ਮਿਹਰ ਨਾਲ ਸਾਡੇ ਪੰਜਾਬੀਆਂ ਦੇ ਖੂਨ 'ਚ ਤੁਹਾਨੂੰ ਪਤਾ ਹੀ ਆ ਵੀ ਆਹ ਪਾਣੀ ਨਾਲ ਸਾਡਾ ਖੂਨ ਠੰਡਾ ਨਹੀਂ ਹੁੰਦਾ। ਤਜਰਬਾ ਕੀ ਆ ਹੁਣ,
ਕੀ ਸਿੱਖਦੇ ਪਿਓ? ਇੱਕ ਜੋ ਸ਼ਖਸ ਅਖਾੜਿਆਂ 'ਚ ਰਹਿੰਦਾ ਹੈ, ਕਬੱਡੀ ਦੇ ਮੈਦਾਨਾਂ 'ਚ ਰਹਿੰਦਾ ਹੈ, ਆਪਣੇ ਪਰਿਵਾਰ ਨਾਲ ਰਹਿੰਦਾ, ਆਪਣੇ ਯਾਰਾਂ ਦੋਸਤਾਂ ਦੇ ਵਿੱਚ ਵਿਚਰਦਾ, ਉਹ ਸ਼ਖਸ ਦਾ ਪਹਿਲਾ ਤਜਰਬਾ ਹੈਗਾ ਕਿ ਉਹ ਇਸ ਕਿਸਾਨੀ ਘੋਲ ਦੇ ਵਿੱਚ ਉਤਰਿਆ। ਇਸ ਘੋਲ ਦਾ ਤਜਰਬਾ ਕੀ ਹੈ? ਇਹ ਕੋਲ ਦਾ ਇਹੀ ਤਜਰਬਾ ਜੀ, ਇੱਥੇ ਕੋਈ ਸਿਆਸਤ ਨਹੀਂ, ਕੁਛ ਨਹੀਂ। ਇੱਥੇ ਐਜ ਏ ਇਨਸਾਨ ਇੱਕ ਕਿਸਾਨਾਂ ਦੇ ਪੁੱਤ ਹੋ ਕੇ ਇਕਜੁੱਟ ਹੋ ਕੇ ਸਭ ਨੂੰ ਇਕੱਠੇ ਕਰਕੇ ਤੁਰਨ ਦੇ ਮਕਸਦ ਦੇ ਨਾਲ ਆਏ ਹਾਂ। ਤੇ ਜਦੋਂ ਸਾਰੇ ਇਕੱਠੇ ਹੋ ਕੇ ਉਹਦਾ ਕਹਿੰਦਾ 5 ਉਂਗਲਾਂ ਜੇ ਇਦਾਂ ਵੱਜਣੀਆਂ ਉਹ ਨਹੀਂ, ਜੇ ਇਦਾਂ ਜੁੜ ਕੇ ਵੱਜਣੀਆਂ ਤਾਂ ਇੱਕ ਮੁੱਕੀ ਬਣਦੀ ਆ, ਤੇ ਇਹ ਮੁੱਕੀ ਜਾਨ ਵੀ ਲੈ ਸਕਦੀ ਆ। ਤੇ ਵੀ ਇਹੀ ਆ ਵੀ ਸਾਰੇ ਇਕਜੁੱਟ ਹੋ ਕੇ ਚੱਲੋ, ਵੀ ਆਪਾਂ ਨੂੰ ਕੋਈ ਸਿਆਸਤ ਤੱਕ ਮਤਲਬ ਨਹੀਂ, ਆਪਾਂ ਨੂੰ ਆਪਣੀ ਕਿਸਾਨੀ ਤੱਕ ਮਤਲਬ ਆ। ਜਿੱਥੋਂ ਅਸੀਂ ਜਿੱਦਾਂ ਕਿ ਕਹਿ ਲਈਏ ਵੀ ਖਾ ਪੀ ਕੇ ਸਾਡੇ ਮਾਂ-ਬਾਪ ਨੇ ਕਮਾਇਆ ਤੇ ਸਾਨੂੰ ਖਵਾਇਆ, ਸਾਨੂੰ ਇੱਥੇ ਤੱਕ ਪਹੁੰਚਾਇਆ, ਤੇ ਅੱਜ ਸਾਡੀ ਉਹਦੇ ਉੱਤੇ ਭੀੜ ਆ ਤੇ ਅਸੀਂ ਉਹਦੇ ਲਈ ਆਏ ਹਾਂ ਤੇ ਅਸੀਂ ਜਿੱਤ ਕੇ ਜਾਵਾਂਗੇ। ਜ਼ਿਆਦਾਤਰ ਵਕਤ ਬੀਤਦਾ ਕਿਵੇਂ ਇੱਥੇ ਪੂਰੇ ਇਸ ਘੋਲ ਦੌਰਾਨ? ਕੀ ਕਰਦੇ ਹੋ ਸਾਰੀ ਦਿਹਾੜੀ? ਜਾਂ ਤਾਂ ਕਿਸਾਨਾਂ ਦੇ ਵਿੱਚ ਹੁੰਦੇ ਹੋਵੋਗੇ, ਤੇ ਜੇ ਇਕਾਂਤ 'ਚ ਜਾਂਦੇ ਹੋ ਕੀ ਸੋਚਦੇ ਹੋ, ਕਿਵੇਂ ਉਸ ਵਕਤ ਬਾਰੇ ਦੱਸੋ। ਜ਼ਿਆਦਾਤਰ ਵਕਤ ਜੀ ਜਿੱਦਾਂ ਕਿ ਲਾ ਲਓ ਲੰਗਰ 'ਚ, ਜਾਂ ਫਿਰ ਇਦਾਂ ਦੇਖਦੇ ਹਾਂ ਆਲੇ ਦਾਲੇ ਵਿਤਰਦੇ ਹਾਂ, ਦੇਖਦੇ ਹਾਂ ਵੀ ਕੋਈ ਜਿੱਦਾਂ ਕਿ ਲਾ ਲਓ ਵੀ ਕਿਤੇ ਵੀ ਕਿਸੇ ਤਰ੍ਹਾਂ ਦੀ ਲੋੜ ਆ ਉਹ ਦੇਖਦੇ ਹਾਂ ਤੇ ਉਹਨੂੰ ਪੂਰੀ ਕਰਨ ਦੀ ਟਰਾਈ ਕਰਦੇ ਹਾਂ। ਤੇ ਹੋਰ ਜਿੱਦਾਂ ਕਿ ਲਾ ਲਓ ਵੀ ਜਿੱਥੇ ਕੋਈ ਵਧੀਆ ਆਪਾਂ ਨੂੰ ਪਿਆਰ ਕਰਨ ਵਾਲੇ ਮਿਲਦੇ ਆ ਆਪਣੇ, ਜਿੱਦਾਂ ਕਿ ਲਾ ਲਓ ਇੱਥੇ ਪਹਿਲਾਂ ਇਹਨੂੰ ਜੋੜਿਆ ਗਿਆ ਸੀ ਵੀ ਇਹ ਸਿੱਖੀ ਧਰਮ ਨਾਲ ਆ। ਇੱਥੇ ਆਪਾਂ ਨੇ ਦੇਖਿਆ ਮੁਸਲਿਮ ਵੀ ਆਇਆ, ਹਿੰਦੂ ਵੀ ਆਇਆ, ਸਿੱਖ ਵੀ ਆਇਆ, ਈਸਾਈ ਵੀ ਆਇਆ ਨਾ, ਸਾਰੇ ਇੱਥੇ ਪਤਾ ਲੱਗਦਾ ਵੀ ਸਭ ਇੱਕ ਹੀ ਆ। ਤੇ ਜਦੋਂ ਭੀੜ ਪੈਂਦੀ ਆ ਸਾਰੇ ਇਕੱਠੇ ਹੋਣਾ ਜ਼ਰੂਰੀ ਆ। ਤੇ ਅੱਜ ਸਾਰੇ ਕਿਸਾਨਾਂ ਤੇ ਭੀੜ ਪਈ ਆ ਤੇ ਸਾਰੇ ਕਿਸਾਨ ਇੱਥੇ ਦਿੱਲੀ ਦੇ ਵਿੱਚ ਇਕੱਠੇ ਹੋਏ ਆ। ਇਸ ਦੇਸ਼ ਦੀ ਰਵਾਇਤ ਬਣ ਗਈ ਕਿ ਜਦੋਂ ਦੀ ਸੈਂਟਰ ਦੇ ਵਿੱਚ ਸਰਕਾਰ ਬਦਲੀ ਉਸ ਤੋਂ ਬਾਅਦ ਬੜੇ ਸਾਰੇ ਸ਼ਬਦ ਜਿਹੜੇ ਹੁੰਦੇ ਆ ਉਹ ਪੈਦਾ ਹੋ ਗਏ। ਇੱਕ ਸਭ ਤੋਂ ਮਸ਼ਹੂਰ ਸ਼ਬਦ ਹੈਗਾ ਅੱਤਵਾਦੀ। ਕੋਈ ਸਰਕਾਰ ਦੇ ਖਿਲਾਫ ਜੇ ਉਤਰਦਾ, ਮੁਖਾਲਫਤ ਕਰਦਾ ਤਾਂ ਉਹਨੂੰ ਅੱਤਵਾਦੀ ਕਹਿ ਦਿੱਤਾ ਜਾਂਦਾ ਹੈ, ਅੱਤਵਾਦੀ ਕਰਾਰ ਕਰ ਦਿੱਤਾ ਜਾਂਦਾ ਹੈ। ਸਿੱਖਾਂ ਨੂੰ ਵੀ ਜਿਹੜੇ ਇੱਥੇ ਕਿਸਾਨ ਕਰਦੇ ਪਏ ਸੰਘਰਸ਼, ਉਹਨਾਂ ਨੂੰ ਵੀ ਅੱਤਵਾਦੀ ਕਹਿ ਦਿੱਤਾ ਗਿਆ। ਮੁਸਲਮਾਨ ਕੋਈ ਸੰਘਰਸ਼ ਕਰੇ ਉਹਨਾਂ ਨੂੰ ਵੀ ਅੱਤਵਾਦੀ ਕਹਿ ਦਿੱਤਾ ਜਾਂਦਾ। ਹਾਂਜੀ, ਜਿੱਦਾਂ ਕਿ ਲਾ ਲਓ ਜਦੋਂ ਕੋਈ ਮੁਸਲਮਾਨ, ਜਿੱਦਾਂ ਕਿ ਪਿਛਲੇ ਦਿਨੀ ਹੋਇਆ ਸੀ ਆਪਣੇ ਜੰਮੂ ਕਸ਼ਮੀਰ 'ਚ, ਉਹਨਾਂ ਨੂੰ ਅੱਤਵਾਦੀ ਕਿਹਾ ਗਿਆ। ਸਾਡੇ ਪੰਜਾਬ 'ਚੋਂ ਕਿਸਾਨ ਉੱਠਿਆ ਤੇ ਆਵਾਜ਼ ਉਠਾਉਣ ਲਈ ਉੱਠਿਆ, ਇਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ ਵੀ ਇਹ ਖਾਲਿਸਤਾਨ ਦੀ ਆਵਾਜ਼ ਆ। ਆ ਤੁਹਾਡੇ ਸਾਹਮਣੇ ਆਓ ਗੱਡੀ ਤੇ ਲੱਗਿਆ ਹੋਇਆ ਬੈਨਰ ਦੇਖੋ, ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ। ਤੇ ਕੋਈ ਅੱਤਵਾਦੀ ਨਹੀਂ, ਇੱਕ ਐਜ ਏ ਇਨਸਾਨ ਆ, ਆਪਦਾ ਹੱਕ ਲੈਣ ਆਇਆ ਤੇ ਆਜ਼ਾਦ ਮੁਲਕ ਹੈ, ਇੱਥੇ ਕੋਈ ਵੀ ਆਪਣਾ ਹੱਕ ਮੰਗ ਸਕਦਾ। ਗੁੱਸਾ ਆਂਦਾ ਹੁੰਦਾ, ਕਹਿੰਦੀ ਹੈ ਕਿ ਯਾਰ ਅਸੀਂ ਤਾਂ ਕਿਸਾਨਾਂ ਦੇ ਲਈ, ਕਿਸਾਨਾਂ ਦੇ ਹੱਕ ਹਕੂਕ ਦੇ ਲਈ ਲੜਾਈ ਲੜਦੇ ਪਏ ਆ, ਤੇ ਇਹ ਕੌਣ ਹੁੰਦੇ ਆ ਸਾਨੂੰ ਦੱਸਣ ਵਾਲੇ ਕਿ ਤੁਸੀਂ ਅੱਤਵਾਦੀ ਹੋ? ਗੁੱਸਾ ਆਉਂਦਾ ਜੀ, ਗੁੱਸਾ ਆਉਂਦਾ ਗੋਦੀ ਮੀਡੀਆ ਤੇ। ਤੁਹਾਨੂੰ ਸਿੱਧੀ ਗੱਲ ਅਸੀਂ ਉਹਨਾਂ ਨੂੰ ਆਪਾਂ ਇੰਟਰਵਿਊ ਵੀ ਨਹੀਂ ਕਰੀਦੀ ਹੈ ਨਾ। ਤੇ ਆਂਦੀ ਗੋਦੀ ਮੀਡੀਆ ਆਈ ਤੁਹਾਡੇ ਕੋਲ ਇੰਟਰਵਿਊ ਕਰਨ? ਆਉਂਦੀ ਗੋਦੀ ਮੀਡੀਆ ਬਹੁਤ ਚਿਰ ਦੀ ਆਉਂਦੀ ਬਾਈ, ਆਪਾਂ ਨਹੀਂ ਕੀਤੀ ਇੰਟਰਵਿਊ। ਭਜਾਉਂਦੇ ਕਿਵੇਂ ਉਹਨਾਂ ਨੂੰ? ਉਦਾਂ ਹੀ ਬਸ ਭਜਾ ਦੇਈਦਾ ਬਾਈ, ਆਪੇ ਵਗ ਜਾਂਦੇ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਸਾਡਾ ਹੁਣ ਤੈਨੂੰ ਮਿਲੇ ਆ ਕਿੱਦਾਂ ਮਿਲੇ ਆ, ਜਦੋਂ ਉਹਨਾਂ ਨੂੰ ਮਿਲਾਂਗੇ ਅਸੀਂ ਹੋਰ ਤਰ੍ਹਾਂ ਮਿਲਦੇ ਹਾਂ ਨਾ। ਉਹ ਆਪਦਾ ਹਰੇਕ ਬੰਦਾ ਹਰੇਕ ਦਾ ਸ਼ਕਲ ਪੜ੍ਹ ਲੈਂਦਾ ਅੱਜ ਦੇ ਟਾਈਮ 'ਚ ਨਾ, ਉਹ ਸਾਡੀ ਸ਼ਕਲ ਹੀ ਪੜ੍ਹ ਲੈਂਦਾ ਵੀ ਇਹਨਾਂ ਨੇ ਕੁਝ ਹੋਰ ਹੀ ਕਹਿਣਾ ਹੁੰਦਾ। ਬਸ ਚਲੋ ਇੱਥੋਂ ਹੈ ਨਾ ਵੀ ਆਪਣੇ ਹਿਸਾਬ ਦਾ ਕੰਮ ਹੈ ਨਹੀਂ। ਇੱਕ ਅੱਜ ਕੱਲ੍ਹ ਉਹ ਬੜੀ ਮਸ਼ਹੂਰ ਹੋਈ ਹੈ ਐਕਟਰੈਸ ਬਾਲੀਵੁੱਡ ਦੀ, ਨਾਮ ਨਹੀਂ ਮਿਲਾਂਗਾ, ਕਹਿੰਦੇ ਜ਼ੁਬਾਨ ਵੀ ਨਾ ਜੀ, ਆਪਾਂ ਨੇ ਉਧਰ ਜ਼ੁਬਾਨ ਆਪਣਾ ਕਿਸਾਨੀ ਮੁੱਦਾ, ਜ਼ੁਬਾਨ ਗੰਦੀ ਹੋ ਜਾਂਦੀ ਹੈ। ਕਦੇ ਦੋ ਹੱਥ ਜਿੱਦੇ ਮਿਲੀ ਆਪਣੇ ਜਾ ਕੇ। ਤੇ ਹਾਂ ਹਜੇ ਆਪਣਾ ਜਿਹੜਾ ਮੁੱਦਾ ਆਪਾਂ ਇਹ ਤੋਂ ਨਾ ਭਟਕੀਏ, ਇਹ ਰਸਤੇ ਤੇ ਰਹੀਏ ਹਨਾ। 2 ਦਿਨ ਬੇਬੇ ਨਾਲ ਸਾਡੀਆਂ ਨਾਲ ਰੋਟੀਆਂ ਲਾ ਕੇ ਦੇਖ, ਤੈਨੂੰ 2 ਦਿਨ ਸਾਡੀਆਂ ਬੇਬੇ ਇੱਥੇ ਰੋਟੀਆਂ ਲਾਉਂਦੀਆਂ ਕਿ ਨਾ, ਉਹ ਇੱਥੇ ਭੇਜ ਕੇ ਦੇਖੋ, ਉਹਨੂੰ ਪਤਾ ਲੱਗੂਗਾ ਵੀ ਇਹ ਅੱਤਵਾਦੀ ਕੀ ਹੈ। ਰੋਟੀਆਂ ਨਹੀਂ ਲਾਉਣੀਆਂ ਉਹਨੂੰ, ਬੇਬੇ ਕੋਲੇ ਉਦਾਂ ਬਿਠਾਵਾਂਗੇ ਵੀ ਤੂੰ ਬੈਠ ਤੇ ਆ ਬੇਬੇ ਨੂੰ ਛੇਕ ਹੀ ਦਿਖਾਵਾਂਗੇ, ਪਤਾ ਲੱਗ ਜਾਣਾ ਹਨਾ। ਤੇ ਹੋਟਲਾਂ 'ਚ ਬਹਿ ਕੇ ਜੀ, ਵੱਡੇ ਘਰਾਂ 'ਚ ਬਹਿ ਕੇ ਗੱਲਾਂ ਆਉਂਦੀਆਂ ਉਹਨਾਂ ਨੂੰ, ਫੇਸਬੁੱਕ ਟਵਿੱਟਰ ਚਲਾ ਕੇ ਉਹ ਗੱਲਾਂ ਕਰਨ ਵਾਲੇ ਲੋਕ ਆ ਇੱਥੇ। ਇਹ ਰੀਅਲ ਹੀਰੋ ਆ ਦੇਸ਼ ਦੇ। ਜੈ ਜਵਾਨ ਜੈ ਕਿਸਾਨ। ਜਾਂ ਬਾਰਡਰ ਤੇ ਫੌਜੀ ਲੜਦਾ ਸੀ ਉਹਦੀ ਜੈ ਹੁੰਦੀ ਸੀ, ਜਾਂ ਕਿਸਾਨ ਦੀ। ਅੱਜ ਫੌਜੀ ਵੀ ਤੰਗ ਆ ਇਹਦੇ ਰਾਜ 'ਚ ਤੇ ਕਿਸਾਨ ਵੀ ਤੰਗ ਆ। ਇਹ ਮਾਰਨ ਨੂੰ ਫਿਰਦੇ ਆ। ਦਿੱਲੀ ਆ ਕਿ ਨਾ ਜਿਹੜੀ, ਇਹਨੇ 35 ਸਾਲਾਂ ਬਾਅਦ ਪੰਜਾਬ ਦਾ ਬਲੱਡ ਚੈੱਕ ਕੀਤਾ। ਇਹਨਾਂ ਨੂੰ ਪਹਿਲਾਂ 84 ਤੱਕ ਦਾ ਪਤਾ ਸੀ ਵੀ ਇਹ ਬੰਦੇ ਪੰਜਾਬੀ ਇਹ ਲੜਨ ਵਾਲੇ ਆ। ਫਿਰ ਇਹਨਾਂ ਨੇ ਹੁਣ ਉਦੋਂ ਬਾਅਦ ਆਪਦੀਆਂ ਜਿੰਨੀਆਂ ਪਾਲਿਸੀਆਂ ਸੀ ਘੱਟ ਗਿਣਤੀ ਨੂੰ ਖਤਮ ਕਰਨ ਦੀਆਂ, ਉਹ ਲਾਈਆਂ। ਜਿੰਨਾ ਕੋਈ ਨਸ਼ਾ ਸੀਗਾ ਪਾਕਿਸਤਾਨ ਦੇ। ਅੱਛਾ, ਘੱਟ ਗਿਣਤੀ ਨੂੰ ਖਤਮ ਕਰਕੇ ਮਿਲਦਾ ਕੀ ਆ? ਮਿਲਦਾ ਕੀ ਆ ਵੀ ਇਹਨਾਂ ਨੂੰ ਪਤਾ ਵੀ ਇਹ ਕੌਮ ਹੈ, ਕਿਸੇ ਦੇ ਅਧੀਨ ਰਹਿਣ ਵਾਲੀ ਨਹੀਂ, ਇਹ ਅਕਾਲ ਪੁਰਖ ਦੀ ਕੌਮ ਆ, ਬਾਜਾਂ ਵਾਲੇ ਦੀ। ਕੋਈ ਵੀ ਮਿਨੋਰਟੀ ਹੋਵੇ, ਕੋਈ ਵੀ ਘੱਟ ਗਿਣਤੀ ਹੋਵੇ, ਭਾਵੇਂ ਮੁਸਲਮਾਨਾਂ ਦੀ ਘੱਟ ਗਿਣਤੀ ਹੈ ਤੇ ਭਾਵੇਂ ਕੋਈ ਵੀ ਹੈ, ਹਿੰਦੂ ਰਾਸ਼ਟਰ ਬਣਾਉਣ ਨੂੰ ਫਿਰਦਾ ਹੀ ਮੋਦੀ। ਅੱਛਾ ਚਲੋ ਇੱਕ ਵਾਰੀ ਮੰਨ ਲਿਆ ਕਿ ਹਿੰਦੂ ਰਾਸ਼ਟਰ ਬਣ ਗਿਆ, ਪਰ ਸਿਆਸਤਦਾਨਾਂ ਦਾ ਕੰਮ ਹੁੰਦਾ ਆਪਸ ਦੇ ਵਿੱਚ ਫੁੱਟ ਪਵਾਉਣੀ। ਹਿੰਦੂ ਰਾਸ਼ਟਰ ਬਣ ਗਿਆ, ਹਰ ਬੰਦਾ ਹਿੰਦੂ ਹੈ, ਫਿਰ ਕਿਤੇ 'ਚ ਫੁੱਟ ਪਏਗੀ। ਫੁੱਟ ਤਾਂ ਇਹ ਪਹੁੰਚਾਉਣਾ ਚਾਹੁੰਦੇ ਵੀ ਜਿਹੜੇ ਲੋਕ ਆਜ਼ਾਦੀ ਲਈ ਸੰਘਰਸ਼ ਕਰਦੇ ਆ, ਗਰੀਬ ਅਮੀਰ ਦੀ ਫੁੱਟ ਪਾ ਦੇਣਗੇ ਜੀ ਵੀ ਆਹ ਹਿੰਦੂ ਗਰੀਬ ਆ, ਅਮੀਰ ਆ, ਇਹ ਅਮੀਰ ਇੱਥੇ ਰਹੂਗਾ, ਗਰੀਬ ਇੱਥੇ ਰਹੂਗਾ। ਜਿਹਨੇ ਫੁੱਟ ਪਾਉਣੀ ਉਹਨੇ ਫੁੱਟ ਹੀ ਪਾਉਣੀ ਆ। ਵੈਸੇ ਅੱਜ ਦੇਖੋ ਵੀ ਅੱਜ ਸਾਨੂੰ ਕਿਸੇ ਹਿੰਦੂ ਨਾਲ ਨਹੀਂ, ਆ ਤੁਹਾਨੂੰ ਜੇ ਮੈਂ ਦਿਖਾਵਾਂ ਮੇਰੇ ਪਿੱਛੇ ਟੈਟੂ ਬਣਿਆ ਹੋਇਆ ਨਾ, ਤੇ ਚਾਰੇ ਧਰਮਾਂ ਦਾ ਇੱਕ ਟੈਟੂ ਬਣਾਇਆ ਹੋਇਆ ਮੈਂ।
ਤੇ ਜੇ ਤੁਸੀਂ ਚਾਹੁੰਦੇ ਮੈਂ ਦਿਖਾ ਵੀ ਸਕਦਾ ਤੁਹਾਨੂੰ। ਬਿਲਕੁਲ ਬਿਲकुल ਆ ਦਿਖਾ ਦੋ ਮੈਂ ਟੀ-ਸ਼ਰਟ ਲੱਗਦਾ ਉਤਾਰ ਹੀ ਦੇਣਾ ਲੈ ਆਉਣੀ ਵਾਹ ਜੀ ਵਾਹ, ਠੀਕ ਹੈ। ਇਹ ਜਦੋਂ ਟੈਟੂ ਬਣਵਾਇਆ ਸੀਗਾ, ਨਹੀਂ ਇਹ ਜਦੋਂ ਟੈਟੂ ਬਣਵਾਇਆ ਸੀਗਾ, ਹਰ ਚੀਜ਼ ਇੱਕ ਸੋਚ ਨਾਲ ਹੁੰਦੀ ਮੰਨਦੇ ਹੋ? ਹਾਂਜੀ ਹਾਂਜੀ। ਇਹਦੇ ਪਿੱਛੇ ਕੀ ਸੋਚ ਸੀ? ਮੈਂ ਇੱਕ ਪਲੇਅਰ ਸੀ ਤੇ ਪਲੇਅਰ ਸਾਰਿਆਂ ਦਾ ਹੁੰਦਾ ਤੇ ਸਾਰੀਆਂ ਗੇਮਾਂ ਵਾਲੇ ਪਲੇਅਰ ਨੂੰ ਪਿਆਰ ਕਰਦੇ ਆ। ਮੈਨੂੰ ਹਿੰਦੂ ਵੀ ਪਿਆਰ ਕਰਦੇ ਆ, ਮੈਨੂੰ ਮੁਸਲਿਮ ਵੀ ਪਿਆਰ ਕਰਦੇ ਆ, ਮੈਨੂੰ ਈਸਾਈ ਵੀ ਮਿਲਦੇ ਆ, ਮੈਨੂੰ ਆਪਣੇ ਜੱਟ ਸਿੱਖ ਵੀ ਮਿਲਦੇ ਆ ਤੇ ਇਹ ਮੈਂ ਸਾਰਿਆਂ ਲਈ ਇੱਕ ਵੀ ਹਾਂ ਸਾਰੇ ਇੱਕ ਹੀ ਆ। ਖੁਸ਼ੀ 'ਚ ਬਲੱਡ ਰੈੱਡ ਆ ਤੇ ਸਾਰਿਆਂ 'ਚ ਬਲੱਡ ਰੈੱਡ ਆ ਤੇ ਸਾਰੇ ਇੱਕ ਆ। ਇਹ ਪ੍ਰਮਾਤਮਾ ਨੇ ਪਹਿਲਾਂ ਹੀ ਕਿਹਾ ਗੋਡ ਇਜ਼ ਵਨ, ਪ੍ਰਮਾਤਮਾ ਇੱਕ ਹੈ। ਅੱਛਾ ਖੁਸ਼ੀ, ਇੱਕ ਸਿਚੁਏਸ਼ਨ ਦਿੰਦਾ ਤੁਹਾਨੂੰ। ਇੱਥੇ ਜਿੰਨੇ ਵੀ ਜਵਾਨ ਖੜੇ ਆ ਬੈਰੀਕੇਡ ਦੇ ਉਸ ਪਾਸੇ, ਉਹ ਲੰਗਰ ਵੀ ਛਕਦੇ ਪਏ ਆ, ਹੈ ਗੁਰੂ ਦਾ ਪ੍ਰਸ਼ਾਦਾ ਹਰ ਰੋਜ਼ ਛਕਦੇ ਆ, ਸਭ ਕੁਝ ਹੈਗਾ। ਜੇ ਸਿਆਸਤ ਇਹੋ ਜਿਹਾ ਵਕਤ ਲਿਆ ਕੇ ਖੜਾ ਕਰ ਦੇਵੇ ਜਿੱਥੇ ਤੁਸੀਂ ਵੀ ਆਮਣੇ ਸਾਹਮਣੇ ਹੋਵੋ, ਉਹ ਵੀ ਆਮਣੇ ਸਾਹਮਣੇ ਹੋਣ, ਉਹ ਆਪਣਾ ਕਰਮ ਜਿਹੜਾ ਉਹਨਾਂ ਨੇ ਕਰਨਾ, ਜੋ ਡਿਊਟੀ ਹੈਗੀ, ਉਹ ਰਿਸਪੌਂਸਿਬਿਲਟੀ ਹੈਗੀ ਆ, ਉਹ ਪੂਰੀ ਕਰਨਗੇ, ਉੱਥੇ ਫਿਰ ਕਿਵੇਂ ਕਰੋਗੇ? ਤੁਹਾਡਾ ਧਰਮ ਵੀ ਹੈਗਾ। ਉੱਥੇ ਉਹਨਾਂ ਨੂੰ ਡੋਲਣਾ ਪੈਣਾ ਜੀ, ਕਿਉਂਕਿ ਉਹਨਾਂ ਨੇ ਡਿਊਟੀ ਪੂਰੀ ਕਰਨੀ ਆ, ਅਸੀਂ ਆਪਣਾ ਧਰਮ ਪੂਰਾ ਕਰਨਾ। ਅਸੀਂ ਕਿਸਾਨੀ ਦਾ ਮੁੱਦਾ ਲੈ ਕੇ ਆਏ ਹੋਏ ਹਾਂ, ਅਸੀਂ ਕਿਸੇ ਨਾਲ ਕੋਈ ਲੜਨ ਨਹੀਂ ਆਏ, ਕਿਸੇ ਨਾਲ ਬਹਿਸਣ ਨਹੀਂ ਆਏ। ਅਸੀਂ ਆਪਦੀਆਂ ਕੁਛ ਕੁ ਮੰਗਾਂ ਤੇ ਅਸੀਂ ਉਹ ਪੂਰੀਆਂ ਕਰਾਉਣ ਆਏ ਆ ਤੇ ਉਹ ਉਹਨਾਂ ਨੂੰ ਪੂਰੀਆਂ ਕਰਨੇ ਚਾਹੀਦੇ ਨੇ। ਉਹ ਵੀ ਸਾਡੇ 'ਚ ਹੀ ਗਏ ਹੋਏ ਆ ਜੀ, ਸਾਡੇ ਭਰਾ ਹਨਾ ਜਿਹੜੇ ਖੜੇ ਆ ਸਾਡੇ ਲਈ ਅਸੀਂ ਆਰਾਮ ਨਾਲ ਸੁਣਨੇ ਤੇ ਉਹ ਬਾਰਡਰਾਂ ਤੇ ਰਾਖੀ ਕਰਦੇ ਹਨ। ਅੱਜ ਉਹਨਾਂ ਨੂੰ ਇਹ ਸਾਡੇ ਵਿਰੁੱਧ ਲਿਆ ਕੇ ਖੜਾਇਆ। ਇਹਦਾ ਸਰਕਾਰ ਨੇ ਸ਼ੁਰੂ ਫੁੱਟ ਪਾਓ ਤੇ ਰਾਜ ਕਰੋ ਵਾਲੀ ਨੀਤੀ ਅਪਣਾ ਰਿਹਾ, ਪਰ ਮੈਨੂੰ ਲੱਗਦਾ ਨਹੀਂ ਵੀ ਇਦਾਂ ਦੀ ਕਾਮਯਾਬ ਹੋਣ ਦੇਵਾਂਗੇ। ਤੁਸੀਂ ਇੱਕ ਗੱਲ ਕੀ, ਤੁਹਾਡੇ ਹੱਥ 'ਚ ਹਥਿਆਰ ਨਹੀਂ ਹੈਗੇ। ਇੱਕ ਚੀਜ਼ ਦੱਸੋ, ਉਹ ਜਿਹੜੀ ਸਰਕਾਰ ਹੈਗੀ ਆ ਉਹਦੇ ਕੋਲ ਹਥਿਆਰ ਵੀ ਹੈ, ਉਹਦੇ ਕੋਲ ਪੈਸਾ ਵੀ ਹੈ, ਧਨ ਦੌਲਤ ਸਭ ਕੁਝ ਹੈਗਾ, ਉਹਦੇ ਕੋਲ ਆਪਦੇ ਜਵਾਨ ਵੀ ਹੈਗੇ ਆ, ਪੁਲਿਸ ਵੀ ਹੈਗੀ, ਸਭ ਕੁਝ ਹੈਗੀ ਆ। ਉਹ ਚਾਹਵੇ ਤਾਂ ਕੁਝ ਵੀ ਕਰ ਸਕਦੀ ਹੈ। ਤੁਹਾਡੇ ਕੋਲ ਤਾਂ ਕੁਝ ਨਹੀਂ ਹੈਗਾ। ਕੁਝ ਲੋਕ ਨੇ ਹੱਥੇ, ਤਾਂ ਅਸੀਂ ਸਾਰੇ ਨੇ ਹੱਥੇ ਖੜੇ ਆ ਇੱਥੇ, ਹੈ ਨਾ। ਬਹੁਤ ਸਾਰੇ ਗਰੀਬ ਵੀ ਹੈਗੇ ਇੱਥੇ। ਫਿਰ ਉਹ ਐਡਾ ਲਾਮ ਲਸ਼ਕਰ ਹੋਣ ਦੇ ਬਾਵਜੂਦ ਸਾਡੇ ਗਰੀਬਾਂ ਦੇ ਕੋਲੋਂ ਡਰਦੀ ਕਿਉਂ ਹੈ? ਡਰਦੀ ਹੈ ਜੀ, ਇਹਨੂੰ ਪਤਾ ਵੀ ਇਹ ਜਦੋਂ ਇਕੱਠ ਹੁੰਦਾ ਕਿ ਨਾ, ਤੇ ਇੱਕ ਉਹਨੂੰ ਪਤਾ ਪੰਜਾਬ ਕਿਹਦਾ ਹੈ? ਗੁਰੂਆਂ ਦਾ, ਗੁਰੂ ਗੋਬਿੰਦ ਸਿੰਘ ਦਾ, ਬਾਬੇ ਬੰਦੇ ਸਿੰਘ ਬਹਾਦਰ ਦਾ, ਹਰੀ ਸਿੰਘ ਨਲੂਏ ਦਾ, ਭਗਤ ਸਿੰਘ ਦਾ, ਕਰਤਾਰ ਸਰਾਭੇ ਦਾ, ਜਿਹਨੇ ਛੋਟੀ ਉਮਰ 'ਚ ਜਹਾਜ਼ ਚਲਾਉਣੇ ਸਿੱਖ ਲਏ ਸੀ। ਇਹ ਉਹਦਾ ਪੰਜਾਬ ਹੈ, ਉਹਦਾ ਬਲੱਡ ਆ। ਇਹਨੂੰ ਹਰ ਇੱਕ ਸਿਚੁਏਸ਼ਨ ਨਾਲ ਲੜਨਾ ਆਉਂਦਾ। ਇੱਕ ਤੇ ਜੇ ਤੁਸੀਂ ਕਹਿੰਦੇ ਹਥਿਆਰ ਨੇ, ਜੇ ਕਹਿ ਹੈ ਕਿਸਾਨੀ ਮੁੱਦੇ 'ਚ ਜਿੰਨੇ ਵੀ ਆਏ ਆ, ਇਹ ਦਿਲੋਂ ਆਇਆ, ਉਹ ਆਪਦੀ ਡਿਊਟੀ ਕਰਨ ਆਇਆ। ਅਸੀਂ ਆਪਣੇ ਦਿਲੋਂ ਆਏ ਆ ਤੇ ਜਿਹੜਾ ਦਿਲੋਂ, ਉਹਦਾ ਕਹਿਣਾ ਦਿਮਾਗ ਤੇ ਦਿਲ ਦਾ ਬਹੁਤ ਫਰਕ ਆ। ਇੱਕ ਦਿਮਾਗ ਨਾਲ ਬੰਦਾ ਸੋਚਦਾ ਤੇ ਇੱਕ ਦਿਲ ਨਾਲ ਸੋਚਦਾ। ਜਿਹੜੇ ਆ ਕਿਸਾਨ ਆਇਆ, ਇਹ ਦਿਲ ਨਾਲ ਸੋਚ ਕੇ ਆਇਆ। ਇਹਨਾਂ ਕੋਲੇ ਕੋਈ ਦਿਮਾਗ ਨਾਲ ਨਹੀਂ ਸੋਚ ਕੇ ਆਏ ਵੀ ਅਸੀਂ ਨੇ ਉੱਥੇ ਆਹ ਕਰਨਾ, ਉੱਥੇ ਆਹ ਕਰਨਾ। ਇਹਨਾਂ ਨੇ ਇੱਕੋ ਚੀਜ਼ ਲੈ ਕੇ ਆਇਆ, ਦਿਲੋਂ ਲੈ ਕੇ ਆਇਆ, ਉਹ ਲੈ ਕੇ ਆਇਆ। ਉਹਦੇ ਕਰਕੇ ਇਹਨਾਂ ਦਾ ਜ਼ਿਆਦਾ ਪਿਆਰ ਆ। ਉਹਨਾਂ ਨੇ ਹਜੇ ਮਾੜਾ ਮੋਟਾ ਊਂਚ ਨੀਚ ਕਰ ਜਾਣੀ, ਉਹਨਾਂ ਨੇ ਕਿਸੇ ਦੀ ਸੁਣ ਕੇ ਕਰਨੀ, ਅਸੀਂ ਨੇ ਕਿਸੇ ਦੀ ਸੁਣਨੀ ਨਹੀਂ। ਉਹ ਬਾਰਡਰ ਤੇ ਕੱਲ ਗਏ ਸੀ, ਅਸੀਂ ਉਹਨਾਂ ਨਾਲ ਵੀ ਗੱਲਾਂ ਕੀਤੀਆਂ। ਉੱਥੇ ਸੀਗਾ ਮੈਨੂੰ ਲੱਗਦਾ ਵੀ ਡੀਐਸਪੀ ਰੈਂਕ ਦਾ, ਦਿੱਲੀ ਪੁਲਿਸ ਦਾ ਸੀਗਾ, ਤੇ ਉਹ ਕਹਿੰਦੇ ਵੀ ਤੁਸੀਂ ਸਹੀ ਆ, ਪਰ ਉਹ ਹੁਕਮ ਦੇ ਵੱਜੇ ਉਹ ਨੌਕਰੀ ਕਰਦੇ ਆ, ਉਹਨੇ ਸਰਕਾਰ ਤੋਂ ਆਪਦੀ ਤਨਖਾਹ ਲੈਣੀ ਆ, ਉਹ ਤੇ ਡਿਪੈਂਡ ਆ। ਉਹ ਇਹ ਨਹੀਂ, ਉਹ ਵੀ ਕਿਸਾਨਾਂ ਦੇ ਪੁੱਤ ਹੀ, ਜਿਹੜੀ ਉੱਥੇ ਫੌਜ ਖੜੀ, ਪੈਰਾਮਿਲਟਰੀ ਫੋਰਸ ਆ ਜਾਂ ਪੁਲਿਸ ਆ, ਉਹ ਵੀ ਕਿਸਾਨਾਂ ਦੇ ਪੁੱਤ ਹੀ ਆ। ਕਿਉਂਕਿ ਅਸੀਂ ਹਰਿਆਣੇ ਜਦੋਂ ਆ ਰਹੇ ਸੀ ਨਾ, ਰਾਤ ਨੂੰ ਸਾਨੂੰ ਜੀਪ ਦੇ ਉੱਪਰ ਸਾਨੂੰ ਇੱਕ ਗੱਡੀ ਆਈ, ਉਹਨੇ ਸਿਗਨਲ ਦੇ ਕੇ ਰੋਕ ਲਿਆ। ਤੇ ਰੋਕ ਕੇ ਜਦੋਂ ਅਸੀਂ ਵੀ ਰੋਕ ਲਿਆ। ਉਹ ਕਹਿੰਦਾ ਮੈਂ ਹਰਿਆਣਾ ਪੁਲਿਸ ਦੇ ਵਿੱਚ ASI ਆ। ਉਹ ਸਾਨੂੰ ਜੱਫੀ ਪਾ ਕੇ ਕਹਿੰਦਾ ਮੇਰਾ ਲਾਗੇ ਘਰ, ਇੱਥੇ ਰਹੋ, ਖਾਣਾ ਪੀਣਾ ਕੋਈ ਕੀ ਚੀਜ਼ ਚਾਹੀਦੀ ਤੁਹਾਨੂੰ, ਕੀ ਮੈਂ ਲੋੜ ਪੂਰ, ਕਹਿੰਦਾ ਮੇਰੀ ਡਿਊਟੀ ਆ ਸਰਕਾਰ ਦੀ, ਮੈਂ ਤੁਹਾਡੇ ਨਾਲ ਜਾ ਨਹੀਂ ਸਕਦਾ, ਪਰ ਕਹਿੰਦਾ ਮੈਂ ਜਿੰਨਾ ਤੁਹਾਡੀ ਮਦਦ ਕਰ ਸਕਦਾ ਦੱਸੋ ਕੀ ਕਰਾਂ। ਉਹ ਹਰਿਆਣਾ ਪੁਲਿਸ ਦਾ ਜਵਾਨ ਸੀ। ਉਹ ਕਹਿੰਦਾ ਸਾਡੀ ਡਿਊਟੀ ਜਿੱਦਣ ਬੈਰੀਅਰ ਸੀ, ਕਹਿੰਦਾ ਉੱਥੇ ਵੀ ਮੇਰੀ ਡਿਊਟੀ ਸੀ, ਪਰ ਅਸੀਂ ਮਜਬੂਰ ਸੀ, ਸਾਨੂੰ ਜਾਣਾ ਪਿਆ। ਹਰਿਆਣਾ ਪੁਲਿਸ 'ਚ ਵੀ ਸਾਡੇ ਭਰਾ ਜਿਹੜੇ ਕਬੱਡੀ ਖੇਡਦੇ ਆ ਤੇ ਸਾਨੂੰ ਮਿਲਦੇ ਜੁਲਦੇ ਰਹਿੰਦੇ ਆ। ਤੇ ਆ ਹੁਣ ਵੀ ਬਾਰਡਰਾਂ ਤੇ ਉਹਨਾਂ ਦੀਆਂ ਡਿਊਟੀਆਂ ਸੀ, ਉਹਨਾਂ ਨੂੰ ਹੁਣ ਵੀ ਮਿਲ ਜੁਲ ਕੇ ਆਏ ਆ। ਤੇ ਜਿੱਦਾਂ ਕਿ ਲਾ ਲਓ ਸਵੇਰ ਦੀ ਅਸੀਂ, ਜਿੱਦਾਂ ਕਿ ਲਾ ਲਓ ਪੁਲਿਸ ਵਾਲੇ ਵੀ ਸਾਡੇ ਜਾਣਦੇ ਆ, ਸਾਨੂੰ ਖੇਡਣ ਕਰਕੇ ਜਾਣਦੇ, ਸਾਡੇ ਨਾਲ ਖੇਡਣ ਕਰਕੇ ਜਾਣਦੇ ਆ। ਸਾਰਿਆਂ ਨਾਲ ਫੋਟੋਆਂ ਕਰਾ ਕੇ ਆਏ, ਸਾਰਿਆਂ ਨਾਲ ਮਿਲ ਕੇ ਆਏ, ਕੋਈ ਚੱਕਰ ਨਹੀਂ। ਸਾਰੇ ਭਰਾ ਇੱਥੇ ਇਕੱਠੇ ਹੋਏ ਆ, ਬਾਬੇ ਦੀ ਮਿਹਰ ਆ। ਚੰਦ ਕੁ ਲੋਕ ਆ ਜੀ ਜਿਹੜੇ ਵੰਡਣਾ ਚਾਹੁੰਦੇ ਆ, ਜਿਨ੍ਹਾਂ ਦੀ ਸਿਆਸਤ ਆ, ਜਿਨ੍ਹਾਂ ਨੇ ਵੋਟਾਂ ਦਾ ਮਸਲਾ, ਜਿਨ੍ਹਾਂ ਨੂੰ ਬਾਕੀ ਕੋਈ ਕੋਈ ਹਰਿਆਣਾ ਪੁਲਿਸ ਆ ਜਾਂ ਫੌਜ ਹੈ, ਕਿਹਦੀ ਆ? ਸਾਡੀ ਆ। ਜਦੋਂ ਕਿਤੇ ਜੰਮੂ ਕਸ਼ਮੀਰ ਆ ਜਾਂ ਕਿਤੇ ਚਾਈਨਾ ਨਾਲ ਪੰਗਾ ਪੈਂਦਾ, ਕੌਣ ਮਰਦਾ? ਕਿਸਾਨਾਂ ਦੇ ਪੁੱਤ ਮਰਦੇ। ਜਦੋਂ 2.5 ਏਕੜ ਵਾਲੇ ਕਿਸਾਨਾਂ ਦੇ ਪੁੱਤ ਫੌਜ ਡਿਊਟੀ ਕਰਦੇ ਆ, ਉਹ ਕੌਣ ਆ? ਇਹ ਜੇ ਇਦਾਂ ਹੀ ਅੰਦੋਲਨ ਚੱਲਿਆ ਗਿਆ, ਜਦੋਂ ਇਹਨਾਂ ਨੇ ਅਟੈਕ ਕੀਤਾ ਸੀ ਦਰਬਾਰ ਸਾਹਿਬ ਤੇ, ਉਦੋਂ ਵੀ ਫੌਜੀ ਜਿਹੜੇ ਧਰਮੀ ਫੌਜੀ, ਉਹਨਾਂ ਨੂੰ ਕਿਹਾ ਗਿਆ ਸੀ, ਉਹ ਫੌਜ ਨੇ ਬਗਾਵਤ ਕਰਤੀ ਸੀਗੀ, ਇਹਨਾਂ ਨੇ ਆਉਣ ਨਹੀਂ ਦਿੱਤਾ ਜੀ। ਮੈਨੂੰ ਲੱਗਦਾ ਜੇ ਜ਼ਿਆਦਾ ਟਾਈਮ ਨਾ ਮੰਨੇ ਤਾਂ ਸਾਡੀ ਫੌਜ ਵੀ ਬਗਾਵਤ ਕਰ ਜੂਗੀ। ਜਿਹੜੀ ਪੰਜਾਬ ਦੇ ਕਿਸਾਨਾਂ ਦੇ, ਹਰਿਆਣੇ ਦੇ, ਇੰਡੀਆ ਦੇ ਕਿਸਾਨਾਂ ਦੇ ਪੁੱਤਰ ਆ, ਉਹ ਵੀ ਬਗਾਵਤ ਕਰ ਸਕਦੇ ਜੀ, ਫੌਜ ਤੋਂ ਵਾਪਸ ਆ ਸਕਦੇ ਆਪਦੀ ਨੌਕਰੀ ਛੱਡ ਕੇ। ਕਿਉਂਕਿ ਕਿਸਾਨ ਜਿੰਨੇ ਬੈਠੇ ਆ, ਉਧਰ ਤੁਸੀਂ ਕੁੰਡਲੀ ਬਾਰਡਰ, ਟਿੱਕਰੀ ਬਾਰਡਰ ਚਲੇ ਜਾਓ, ਇੱਥੇ ਕੁੰਡਲੀ ਬਾਰਡਰ ਤੇ ਕਿੰਨੇ ਲੰਮੇ ਜਾਮ ਆ, ਕਿੰਨਾ ਕੁ ਰਾਸ਼ਨ ਆ ਰਿਹਾ। ਸਾਰੇ
ਜਿੰਨੇ ਸਪੋਰਟ ਕਰ ਰਿਹਾ ਵੱਧ ਤੋਂ ਵੱਧ ਡਟੇ ਰਹੋ। ਹਰ ਰੋਜ਼ ਪਿੰਡਾਂ 'ਚੋਂ ਹਰ ਇੱਕ ਵਰਗ ਦੇ ਲੋਕ, ਇਹ ਨਹੀਂ ਵੀ ਇਕੱਲੇ ਕੌਣ, ਹਰ ਇੱਕ ਵਰਗ ਆ ਰਿਹਾ ਜਿਹੜਾ ਮੋਦੀ ਤੋਂ ਦੁਖੀ ਸੀ। ਕਿਤੇ ਇਹਨੇ 370 ਧਾਰਾ ਉੱਥੋਂ ਜੰਮੂ ਕਸ਼ਮੀਰ 'ਚੋਂ ਹਟਾਤੀ, ਕਿਤੇ ਇਹਨੇ ਨੋਟਬੰਦੀ ਕਰਤੀ, ਕਿਤੇ ਵਪਾਰੀ, ਇਹ ਤੋਂ ਕੋਈ ਬੰਦਾ ਖੁਸ਼ ਹੀ ਨਹੀਂ। ਇਹ ਧੱਕਾ ਕਰ ਰਿਹਾ ਜੀ, ਡਿਕਟੇਟਰਸ਼ਿਪ ਚਲਾ ਰਿਹਾ। ਜਿਹਨੇ ਵੀ ਡਿਕਟੇਟਰਸ਼ਿਪ ਕੀਤੀ ਉਹ ਰਿਹਾ ਤਾਂ ਨਹੀਂ, ਰਹਿ ਤਾਂ ਇੱਥੇ ਅੰਗਰੇਜ਼ ਨਹੀਂ। ਇਹ ਕਿੱਡੀ ਕੁ ਬੰਦੇ ਆ, ਇਹਨਾਂ ਨੂੰ ਵੀ ਜਾਣਾ ਹੀ ਪੈਣਾ। ਜਿਹੜੇ ਜਨਮ ਲਿਆ ਉਹਨੇ ਮਰਨਾ ਵੀ। ਇਹ ਮੋਦੀ ਦਾ ਹੀ ਵਾਲਾ ਟਾਈਮ ਨਹੀਂ ਹੈ ਜੀ। ਹਰਿਆਣੇ ਵਾਲੇ ਕਿਸਾਨਾਂ ਦਾ ਨਾਰਾ ਸੀ, ਕਹਿੰਦਾ ਪਹਿਲੇ ਲੜੇ ਹੈ ਗੋरों से अब लड़ेंगे चोरों से। ਅੱਛਾ, ਹਾਂਜੀ। ਮੈਨੂੰ ਇੱਕ ਚੀਜ਼ ਦੱਸੋ, ਅਫਸੋਸ ਹੁੰਦਾ ਕਈ ਵਾਰੀ ਇੱਥੇ ਕੁਝ, ਹਰ ਦੇਖੋ ਹਰ ਜਗ੍ਹਾ ਤੇ ਅੱਛਾਈਆਂ ਵੀ ਨੇ ਬੁਰਾਈਆਂ ਵੀ ਹੈਗੀਆਂ ਨੇ। ਇੱਥੇ ਤੁਸੀਂ ਵਿਚਰਦੇ ਹੋ, ਤੁਸੀਂ ਤਜਰਬਾ ਵੀ ਤੁਹਾਡਾ ਨਵਾਂ ਹੈਗਾ, ਕੁਝ ਇਹੋ ਜਿਹੀਆਂ ਚੀਜ਼ਾਂ, ਕੋਈ ਤਸਵੀਰਾਂ ਵੇਖ ਕੇ ਅਫਸੋਸ ਹੁੰਦਾ ਮਨ ਦੇ ਵਿੱਚ ਕਿ ਯਾਰ ਇਹ ਨਹੀਂ ਹੋਣਾ ਚਾਹੀਦਾ? ਨਹੀਂ ਜੀ, ਹਜੇ ਤਾਂ ਜਿੱਦਾਂ ਕਿ ਲਾਲਾ ਇੰਨਾ ਕੁਝ ਦੇਖਿਆ ਨਹੀਂ, ਕਿਉਂਕਿ ਆਪਾਂ ਨੇ ਨੈਗੇਟਿਵਿਟੀ ਨਾਲ ਕੁਝ ਵੀ ਨਹੀਂ ਦੇਖਿਆ। ਕਿਉਂਕਿ ਸਾਡੇ ਪੰਜਾਬੀ ਜਿੱਦਾਂ ਕਿ ਲਾ ਲਈਏ, ਉਹਦਾ ਕਹਿਣਾ ਹੁਣ ਸਰਕਾਰ ਨਹੀਂ ਮੰਨ ਰਹੀ, ਫਿਰ ਇਹਨਾਂ ਨੇ ਜਾਣ ਨੂੰ ਨਹੀਂ ਮੰਨਣਾ, ਕਿਉਂਕਿ ਇਹਨਾਂ ਦਾ ਹੀ ਜੀ ਇੰਨਾ ਲੱਗ ਜਾਣਾ ਇੱਥੇ, ਇਹਨਾਂ ਨੂੰ ਵੀ ਪੰਜਾਬ ਵਸਾਇਆ ਸਾਡੇ ਇੱਕ ਜਿੱਦਾਂ ਲਾ ਲਓ ਵੀ ਮਸ਼ਹੂਰ ਆ, ਜਿੱਥੇ ਜਾਣ ਪੰਜਾਬੀ ਆਪਣਾ ਪੰਜਾਬ ਵਸਾਉਂਦੇ ਆ। ਇਹ ਤਾਂ ਹੁਣ ਕੈਨੇਡਾ ਜਾ ਕੇ ਦੇਖ ਲਓ, ਲੰਗਰ ਉੱਥੇ ਚੱਲੀ ਜਾਂਦੇ, ਅਮਰੀਕਾ ਚੱਲੀ ਜਾਂਦੇ, ਯੂਰਪ ਜਿਹੜੀ ਮਰਜ਼ੀ ਕੰਟਰੀ ਚੱਲਿਓ, ਰਾਹੀਂ ਲਿਆਉਣਾ ਪੈਂਦਾ, ਲੰਗਰ ਆ ਜਾਂਦਾ ਉੱਤੇ, ਜਹਾਜ਼ਾਂ ਰਾਹੀਂ ਵਗ ਜਾਂਦਾ ਲੰਗਰ। ਉਹ ਦੇਖੋ ਤੁਸੀਂ ਹਨਾ, ਬਾਹਰ ਕੰਟਰੀਆਂ ਜਾਂਦੇ, ਉੱਥੇ ਬੈਠੇ। ਇਹ ਤਾਂ ਜੀ ਇਹਨਾਂ ਦਾ ਕਿਸੇ ਦਾ ਇੱਥੇ ਜਾਣ ਨੂੰ ਜੀ ਨਹੀਂ ਕਰਦਾ। ਇਹ ਤਾਂ ਕਹਿੰਦੇ ਦਿੱਲੀ ਇੱਥੇ ਨੱਪ ਲੈਣਗੇ। ਇੱਥੇ ਹੋਰ ਸਕਦਾ ਆਉਣ ਵਾਲੇ ਟਾਈਮ 'ਚ ਆਹ ਰੋਡਾਂ ਤੇ ਇੱਥੇ ਵਾਸ਼ਰੂਮਾਂ ਦੀ ਇੱਕ ਪ੍ਰੋਬਲਮ ਆ, ਇੱਥੇ ਪੱਕੇ ਵਾਸ਼ਰੂਮ ਵੀ ਬਣਾ ਲਈਏ ਅਸੀਂ। ਹਰ ਬੰਦਾ ਫਨਕਾਰ ਹੁੰਦਾ। ਹਾਂਜੀ, ਮੈਂ ਚਾਹੁੰਦਾ ਫਨਕਾਰੀ ਦੇ ਹਿਸਾਬ ਨਾਲ ਜਵਾਬ ਦਿੱਤਾ ਜਾਵੇ। ਤੁਹਾਡੀ ਫਨਕਾਰੀ ਕਮੈਂਟਰੀ ਹੈ, ਹਾਂਜੀ, ਉਸ ਹਿਸਾਬ ਨਾਲ ਕੋਈ ਜਵਾਬ ਦਿੱਤਾ ਜਾਵੇ। ਫਨਕਾਰ ਤਾਂ ਇਹੀ ਹੁੰਦਾ ਜੀ, ਅਸੀਂ ਬਸ ਇਹ ਕਹਿੰਦੇ ਆ ਵੀ ਆਏ ਆ ਮੋਦੀ ਨਾਲ ਲੜਾਂਗੇ, ਮੋਦੀ ਨਾਲ ਲੜਨਾ ਆ, ਆਪਦੇ ਹੱਕ ਲੈਣ ਆਏ ਆ। ਫਨਕਾਰੀ ਹੁੰਦੀ ਆ ਜੀ ਉਹ ਗਰਾਊਂਡ 'ਚ। ਅਸੀਂ ਇੱਥੇ ਕਿਸਾਨ ਦੇ ਪੁੱਤ ਆ, ਕਿਸਾਨ ਦੇ ਪੁੱਤ ਬਣ ਕੇ ਡਟੇ ਮੇ ਆ, ਕਿਉਂਕਿ ਇੱਥੇ ਅਸੀਂ ਐ ਨਹੀਂ ਹੈ ਵੀ ਅਸੀਂ ਕੋਈ ਜ਼ਿਆਦਾ ਹੈਗੇ ਆ ਵੀ ਕਿਸੇ ਨਾਲੋਂ। ਜਿੱਦਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਫਨਕਾਰਾਂ ਦਾ ਕੰਮ ਕੀ ਹੁੰਦਾ? ਜਦੋਂ ਸਿਆਸਤ ਦੇ ਪੈਰ ਲੜਖੜਾਉਂਦੇ ਆ ਨਾ, ਉਹ ਫਨਕਾਰ, ਕਲਾਕਾਰ, ਆਰਟਿਸਟ ਸਮਝਦੇ ਹੋ, ਆਰਟਿਸਟ ਹੱਥ ਫੜ ਲੈਂਦਾ ਉਹਦੇ ਸਿਆਸਤ ਦਾ ਕਿ ਨਹੀਂ ਜੀ ਤੁਸੀਂ ਗਲਤ ਪਾਸੇ ਜਾ ਰਹੇ ਹੋ। ਕਿਸਾਨਾਂ ਦੇ ਪੁੱਤ ਤਾਂ ਹੈਗੇ ਹੀ ਹੈਗੇ ਆ, ਲੇਕਿਨ ਫਨਕਾਰੀ ਨੂੰ ਵੀ ਨਾਲ ਬਰਕਰਾਰ ਰੱਖਣਾ। ਫਨਕਾਰੀ ਦਾ ਤਾਂ ਜੀ ਜਦੋਂ ਐ ਹੁੰਦਾ, ਜਦੋਂ ਕਹਿੰਦੇ ਹੁੰਦੇ ਪੰਗਾ ਪਏ ਉਦੋਂ ਪਰ ਰਾਹ ਪਏ ਤੇ ਬਾਹ ਪੈ ਜਾਣੀਆਂ। ਹੁਣ ਮੈਕ ਤੇ ਫੜਾ ਮਾਰਨ ਨੂੰ ਜੀ ਨਹੀਂ ਕਰਦਾ, ਜਾਂ ਤਾਂ ਮਾੜੀ ਮੋਦੀ ਸਿਕਿਉਰਿਟੀ ਪਰਾਂ ਨੂੰ ਕਰਾ ਕੇ ਤੇ ਮੈਚ ਕਰਾਓ, ਫੇਰ ਦੱਸਾਂਗੇ ਕਿਵੇਂ। ਹਾਂ, ਐਵੇਂ ਮੈਕ ਤੇ ਫੜਾ ਮਾਰ ਕੇ ਲੋਕਾਂ ਨੂੰ ਵੀਡੀਓ ਬਣਾਉਣੀ ਨਹੀਂ ਆਉਂਦੀ, ਜਾਂ ਤਾਂ ਮਾੜੀ ਉਹ ਜਿਹੜਾ ਮੋਟੇ ਸਾਰੇ ਸਿਰ ਵਾਲਾ ਅਮਿਤ ਸ਼ਾਹ ਗੁੰਡਾ ਬੈਠਾ ਦਿੱਲੀ ਦੀ ਕੁਰਸੀ ਤੇ। ਅੱਛਾ, ਨਹੀਂ ਉਹਨੂੰ ਗੁੰਡਾ ਕਿਉਂ ਕਹਿੰਦੇ ਸਾਰੇ? ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ। ਸਾਡੇ ਕਹਿੰਦਾ ਪਿੰਡ ਸਰਪੰਚ ਆ, ਜਦੋਂ ਪਹਿਲੀਆਂ ਵੋਟਾਂ ਸੀ ਨਾ, ਉਹ ਮੈਨੂੰ ਕਹਿੰਦਾ ਕਿਵੇਂ ਮੁੰਡਾ ਤੂੰ ਬਾਹਰ ਅੰਦਰ ਜਾਣਾ ਰਹਿਣਾ, ਕੌਣ ਜਿੱਤੂ? ਮੈਂ ਕਿਹਾ ਬਾਬਾ ਮੈਨੂੰ ਲੱਗਦਾ ਵੀ ਉਧਰਲੇ ਨੇ ਮੋਦੀ ਜਿਤਾ ਦੇਣਾ। ਉਹ ਕਹਿੰਦਾ ਇਹ ਜਿਹੜਾ ਮੋਟੇ ਸਿਰ ਵਾਲਾ, ਅੱਜ ਤੋਂ 5 ਸਾਲ ਪਹਿਲਾਂ ਜਦੋਂ ਇਹ ਬਣਿਆ ਇਹ, ਉਹ ਕਹਿੰਦਾ ਜਿਹੜਾ ਮੋਟੇ ਸਿਰ ਵਾਲਾ ਤੇ ਮੋਦੀ ਹੈ ਇਹ ਬਾਲੇ ਗੰਦੇ ਗੁੰਡੇ ਆ, ਕਹਿੰਦਾ ਇਹ ਦੇਸ਼ ਦਾ ਕਾਨੂੰਨ ਬਦਲ ਦੇਣਗੇ। ਉਹ 60-70 ਸਾਲ ਦਾ ਬਜ਼ੁਰਗ ਆ। ਮੈਂ ਕਿਹਾ ਯਾਰ ਇਹ ਕਾਨੂੰਨ ਕਿਵੇਂ ਬਦਲ ਦੇਣਗੇ? ਉਹਦੀ ਗੱਲ ਸੱਚੀ ਹੋ ਗਈ। ਉਹ ਬਹੁਤ ਗਾਲਾਂ ਕੱਢਦਾ, ਮੋਦੀ ਨਾਲ ਵੱਧ ਮੋਟੇ ਸਿਰ ਵਾਲੇ ਨੂੰ ਕੱਢਦਾ ਵੀ ਅਮਿਤ ਸ਼ਾਹ ਸਭ ਤੋਂ ਗੰਦਾ, ਉਹ ਕੰਮ ਚਲਾਉਂਦਾ ਇਹ ਜੇ ਲੀਡਰ ਆ ਕਹਿੰਦਾ ਇਹਨਾਂ ਨੂੰ ਚਾਹੀਦਾ, ਕਿਉਂਕਿ ਇਹਨਾਂ ਲੱਕੜਾਂ ਤੇ ਇਹਨਾਂ ਦੇ ਵੀ ਉਹੀ ਪੈਣੀਆਂ। ਇਹਨਾਂ ਦਾ ਮੈਨੂੰ ਇੱਕ ਚੀਜ਼ ਦੱਸੋ, ਗੁੰਡੇ ਵੀ ਹੈ, ਹੱਥ 'ਚ ਕਾਨੂੰਨ ਵੀ ਹੈ, ਕਾਨੂੰਨ ਬਦਲ ਵੀ ਦਿੰਦੇ ਆ। ਲੋਕਡਾਊਨ ਲੱਗਾ, ਕੋਵਿਡ-19 ਦੀ ਸਿਚੁਏਸ਼ਨ ਸੀਗੀ, ਕਿਸਾਨਾਂ ਦੇ ਲਈ ਕਾਨੂੰਨ ਲੈ ਕੇ ਆਏ, ਕਾਲਾ ਕਾਨੂੰਨ ਪਾਸ ਕਰਤਾ, ਚਲੋ ਜੀ ਕਾਨੂੰਨ ਬਣ ਗਿਆ। ਕਿੱਥੇ ਪਾਸ ਹੋ ਗਿਆ? ਅਜੇ ਤਾਂ ਜਦੋਂ ਪਾਸ ਹੋਊ ਉਦੋਂ ਦੇਖਾਂਗੇ, ਅਜੇ ਕੋਈ ਪਾਸ ਨਹੀਂ ਹੋਇਆ। ਨਹੀਂ, ਪਾਰਲੀਮੈਂਟੇਰੀਅਨ ਜੋ ਪਾਰਲੀਮੈਂਟੇਰੀਅਨ ਮੇਰੀ ਗੱਲ ਤਾਂ ਸੁਣੋ। ਜਦੋਂ ਕਹਿੰਦਾ ਬਾਟਰ ਨੂੰ ਤਵੀ ਲੱਗਦੀ ਹੈ, ਕਹਿੰਦਾ ਦੂਜੇ ਦੀ ਨਾਲ ਦੀ, ਇਹ ਤਾਂ ਬੰਦਾ ਉਦੋਂ ਮਾਰ ਦਿੰਦੇ ਆ। ਪਹਿਲੀ 'ਚ ਕਿੱਥੋਂ ਵੜਨ ਦੇ ਦੇਣਗੇ ਬਾਈ? ਤਵੀ ਸਾਡੀ ਕੋਈ ਵੱਟ ਵੱਢ ਜੇ ਕਿ ਨਾ ਬੰਦਾ ਮਾਰ ਦਿੰਦੇ ਆ ਜੱਟ ਪੰਜਾਬ 'ਚ। ਇਹ ਕਿੱਥੋਂ ਦੱਸ ਵੜਨ ਦੇ ਦਾਂਗੇ ਇਹਨਾਂ ਨੂੰ? ਨਹੀਂ, ਮੈਨੂੰ ਇੱਕ ਚੀਜ਼ ਦੱਸੋ, ਪਾਰਲੀਮੈਂਟੇਰੀਅਨ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ, ਇੱਕ ਹਿਸਾਬ ਦੇ ਨਾਲ ਉਹ ਪਾਸ ਹੋ ਗਿਆ ਹੋਇਆ। ਇਹ ਸਾਡੇ ਜਿਹੜੇ ਜਜ਼ਬਾਤ ਹੈਗੇ ਆ ਕਿ ਜਾਂ ਨਹੀਂ ਮੰਨਦੇ ਤੇ ਨਹੀਂ ਮੰਨਦੇ, ਹਨਾ? ਬਣਾਇਆ ਤਾਂ ਬੰਦੇ ਨੇ ਨਾ ਕਾਨੂੰਨ, ਰੱਬ ਨੇ ਤਾਂ ਬਣਾਇਆ ਨਹੀਂ ਵੀ ਵਾਪਸ ਨਹੀਂ ਹੋਣਾ। ਬੰਦੇ ਨੇ ਬਣਾਇਆ, ਬੰਦਾ ਵਾਪਸ ਵੀ ਲੈ ਸਕਦਾ। ਉਹੀ ਤਾਂ ਦਿੱਕਤ ਏ। ਉਹ ਆਪਦੇ ਆਪ ਨੂੰ ਰੱਬ ਮੰਨ ਕੇ ਬੈਠੇ ਹੋਏ ਆ। ਕੋਈ ਨਹੀਂ, ਰੱਬ ਲੋਕਾਂ 'ਚ ਆ ਹੋਇਆ ਇਕੱਠਾ, ਰੱਬ ਤੁਹਾਡੇ ਸਾਹਮਣੇ ਆ। ਮੈਂ ਪਾਸ਼ਾ ਨੇ ਜਫਰਨਾਮਾ ਲਿਖਿਆ ਹੀ ਸੀ ਇੱਕ, ਤੇ ਪੜਦਾ ਹੀ ਮਰ ਗਿਆ। ਇਹ ਕਲਗੀਆਂ ਵਾਲੇ ਦੀ ਫੌਜ ਆ, ਇਹ ਇੱਥੇ ਨਹੀਂ ਰਿਹਾ ਕੋਈ। ਇਹ ਤਾਂ ਵੱਡੇ ਵੱਡੇ ਆ ਕੇ ਮੁੜ ਗਏ। ਇੱਥੇ ਅਬਦਾਲੀ ਹੁਣੀ ਦੱਸ ਕਿਹਦਾ, ਜਿਹਨੇ ਸਿੱਖਾਂ ਨਾਲ ਪੰਗਾ ਲਿਆ ਜਾਂ ਸਿੱਖ ਕਿਸਾਨ ਹੀ ਆ, ਠੀਕ ਆ। ਕੱਲ ਨੂੰ ਦੇਖੋ, ਹਾਂਜੀ, ਪਿੱਛੇ ਜੇ ਹੁਣ ਅਸੀਂ ਵੀ ਸਾਡੇ ਚੈਨਲ ਨੇ ਡਾਕੂਮੈਂਟਰੀਆਂ ਬਣਾਈਆਂ UAPA ਦੇ ਉੱਤੇ, ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ। ਉਹਦੇ ਵਿੱਚ ਜੇ ਚੁੱਕਣਾ ਸ਼ੁਰੂ ਕਰ ਦੇਣ, ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰ ਦੇਣ, ਕੀ ਕਰੋਗੇ? ਕਿੰਨੇ ਮਰ ਗਏ ਅੱਗੇ ਸਿੰਘ, ਕਿੰਨੇ ਸ਼ਹੀਦ ਹੋ ਗਏ? ਗ੍ਰਿਫਤਾਰ ਕਰਕੇ ਲੈ ਕੇ ਕਿੱਥੇ ਜਾਣਗੇ? ਮਾਰ ਦੇਣਗੇ ਵੱਧ ਤੋਂ ਵੱਧ। ਕਿੰਨੀਆਂ ਕਿ ਜੇਲ੍ਹਾਂ ਨੇ ਇਹਨਾਂ ਕੋਲੇ, ਹਨਾ? ਕਿੰਨੀਆਂ ਕਿ ਜੇਲ੍ਹਾਂ ਨੇ ਵੀ ਇੰਨੇ ਕਿਹਨੂੰ ਗ੍ਰਿਫਤਾਰ ਕਰਨਗੇ? ਇਹਦਾ ਫਿਰ ਸਾਰੀ ਜਿੱਦਾਂ ਕਿ ਲਾਲਾ ਗੁੰਡੇ ਹੀ ਫਿਰਦੇ ਆ, ਜਿਹੜੇ ਆ ਫਿਰਦੇ ਆ ਨਾ, 10-12 ਲੱਖ ਬੰਦਾ ਬਾਈ, ਇੰਨੇ ਤਾਂ ਸਿਕਿਉਰਿਟੀ ਨਹੀਂ ਹੋਣੀ ਮੈਨੂੰ ਲੱਗਦਾ ਇਹਨਾਂ ਕੋਲੇ ਜਿੰਨੇ ਦਾ ਜੀ ਫਿਰਦੇ ਆ। ਕੁਝ ਇੱਕ ਚੀਜ਼ ਦੱਸੋ,
ਕੁਝ ਇੱਕ ਚੀਜ਼ ਦੱਸੋ ਮੈਨੂੰ ਕਿ ਘਰ ਦੀਆਂ ਮਜਬੂਰੀਆਂ ਹੁੰਦੀਆਂ ਹੈਗੀਆਂ, ਅਸੀਂ ਜਿੰਨੇ ਵੀ ਇੱਥੇ ਤੁਰੇ ਫਿਰਦੇ ਆ ਨਾ, ਤੁਹਾਨੂੰ ਸਾਰੇ ਖੁਸ਼ੀ ਦੇ ਨਾਮ ਦੇ ਨਾਲ ਤੇ ਜਾਣਦੇ ਆ ਚੰਗੀ ਤਰ੍ਹਾਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਖੁਸ਼ੀ ਕੀ ਕੁਝ ਪਿੱਛੇ ਛੱਡ ਕੇ ਆਇਆ ਜਾਂ ਕਿਸ ਤਰੀਕੇ ਦੇ ਨਾਲ ਉਹਦੇ ਘਰ ਕੀ ਚੱਲਦਾ ਪਿਆ ਹੋਣਾ। ਕਿਹੜੀਆਂ ਕੁਝ ਮਜਬੂਰੀਆਂ ਵੀ ਹੈਗੀਆਂ ਨੇ ਜਾਂ ਕੰਮ ਨੂੰ ਆਪਣੇ ਗਰਾਊਂਡ ਤੋਂ ਦੂਰ ਹੈਗੇ ਹੋ, ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਕੀ ਹੈ ਸਟੋਰੀ ਦਾ? ਸਾਰਾ ਕੁਝ ਸੈੱਟ ਆ ਜੀ, ਬਾਬੇ ਦੀ ਮਿਹਰ ਨਾਲ ਸੈੱਟ ਕਰਕੇ ਆਏ ਆ ਤੇ ਉਹਦਾ ਕਹਿਣਾ ਸੈੱਟ ਕਰਕੇ ਹੀ ਜਾਵਾਂਗੇ। ਚੜ੍ਹਦੀ ਕਲਾ 'ਚ ਹੀ ਆ ਜੀ ਬਸ। ਉਧਰ ਨੂੰ ਤਾਂ ਹਲੇ ਸੋਚਣਾ ਹੀ, ਤੁਸੀਂ ਕਹੋ ਵੀ ਕੀ ਹੋਊ ਕੀ ਨਹੀਂ, ਉਹਦਾ ਸੋਚਦੇ ਨਹੀਂ। ਬਸ ਬਾਬਾ ਨਾਨਕ ਦਾਮੇ ਪਾਤਸ਼ਾਹ ਨੇ ਉਹਨੇ ਕਿਰਪਾ ਕਰਨੀ ਆ ਜੀ, ਉਹ ਰੱਬ ਨੇ ਕਹਿ ਦਈਏ ਨਾ ਜੀ, ਆਪਣੇ ਕਿਸਾਨੀ ਇੱਕ ਧਰਮ ਆ ਨਾ, ਅਸੀਂ ਆਪਦਾ ਧਰਮ ਮੰਨ ਕੇ ਆਏ ਹੋਏ ਆ ਤੇ ਸਾਡਾ ਧਰਮ ਆਪੀ ਜਿਹੜੀਆਂ ਪਿਛਲੀਆਂ ਅਗਲੀਆਂ ਆਪੀ ਪੂਰੀਆਂ ਕਰੀ ਜਾਊ। ਜਿਹੜਾ ਸਾਡਾ ਧਰਮ ਅਸੀਂ ਉਹ ਕਰ ਰਹੇ ਆ, ਆਪਦਾ ਕਰਮ ਆ ਉਹ ਕਰ ਰਹੇ ਆ। ਨੌਜਵਾਨ ਭਰਾ ਖੜੇ ਇੱਥੇ, ਸਾਡੇ ਬਜ਼ੁਰਗ ਵੀ ਖੜੇ ਆ, ਇੱਕ ਉਹ ਸ਼ਖਸੀਅਤ ਖੜੀ ਤੁਹਾਡੇ ਸਾਹਮਣੇ, ਕੋਈ ਸਵਾਲ ਕਰਨਾ ਚਾਹੇਗਾ? ਕਿਉਂਕਿ ਉਮੀਦਾਂ ਹੁੰਦੀਆਂ ਤੁਹਾਡੇ ਕੋਲੋਂ, ਇਹ ਸਟਾਰ ਇਮੇਜ ਹੈ। ਕਿਸੇ ਦੇ ਕੋਲ ਕੋਈ ਸਵਾਲ ਹੈਗਾ ਕਰਨ ਜੋਗਾ? ਬਾਈ ਸਵਾਲ ਤਾਂ ਮੋਦੀ ਨਾਲ ਹੀ ਆ ਯਾਰ, ਇਹਨਾਂ ਨਾਲ ਬਾਈਆਂ ਨਾਲ ਕੀ ਸਵਾਲ ਕਰਨੇ ਯਾਰ। ਠੀਕ ਆ ਬਾਈ, ਸਵਾਲ ਸਿਰਫ ਮੋਦੀ ਨਾਲ ਹੀ ਆ ਕਿ ਯਾਰ ਦੇਖ, ਉਹ ਇਸ ਵੇਲੇ ਕਾਨੂੰਨ ਇਸ ਕਰਕੇ ਨਹੀਂ ਵਾਪਸ ਆ ਰਿਹਾ ਕਿਉਂਕਿ ਉਹਦੀ ਬੇਇੱਜ਼ਤੀ ਪੂਰੇ ਵਰਲਡ 'ਚ ਹੋ ਜਾਣੀ ਆ। ਠੀਕ ਆ, ਕਿਉਂਕਿ ਯਾਰ ਦੇਖ, ਪ੍ਰਾਈਮ ਮਿਨਿਸਟਰ ਕੈਨੇਡਾ ਦਾ ਸਾਡੇ ਦੇ ਹੱਕ ਲਈ ਖੜਿਆ, ਸਾਡਾ ਪ੍ਰਾਈਮ ਮਿਨਿਸਟਰ ਸਾਡੇ ਹੱਕ 'ਚ ਨਹੀਂ ਖੜਿਆ। ਤੁਸੀਂ ਆਪ ਹਿਸਾਬ ਲਾ ਲਓ ਕਿਹੋ ਜਿਹਾ ਬੰਦਾ ਹੋਊਗਾ। ਠੀਕ ਆ, ਕੀ ਸਵਾਲ ਹੈ? ਸਵਾਲ ਬਾਈ ਜੀ ਇਹ ਹੈ ਕਿ ਕਬੱਡੀ ਖੇਡਦੇ ਹੋ, ਇੰਟਰਨੈਸ਼ਨਲ ਪਲੇਅਰ ਹੋ, ਜਿਵੇਂ ਭਾਜੀ ਨੇ ਪਹਿਲਾਂ ਗੱਲ ਕਰੀ ਯੂਆਪਾ ਵਰਗੇ ਕਾਨੂੰਨ ਬਣਾਏ ਹੋਏ ਨੇ, ਕਾਨੂੰਨ ਲਾ ਕੇ ਕਿਤੇ ਵੀ ਠੋਕ ਦਿੰਦੇ ਨੇ। ਜੇ ਖੁਦਾ ਨਾ ਖਾਸਤਾ ਨਾ ਹੋਵੇ ਇੱਦਾਂ, ਤੁਹਾਡੇ ਤੇ ਕੋਈ ਇੱਦਾਂ ਦਾ ਕਾਨੂੰਨ ਲਾਤਾ ਜਾਂ ਕੋਈ ਇੱਦਾਂ ਦਾ ਪਰਚਾ ਦਿੱਤਾ ਕਿ ਤੁਸੀਂ ਬਾਹਰ ਜਾ ਕੇ ਖੇਡ ਨਾ ਪਾਓ, ਇਹ ਕਿਵੇਂ ਕਰ ਦੇਣਗੇ? ਮੈਂ ਪੁੱਛ ਰਿਹਾ ਕੀ ਕਰੋਗੇ, ਕੀ ਚੁਣੋਗੇ? ਉਹਨੀ ਖੇਤੀ ਦਾ ਗਈ ਨਹੀਂ ਸਾਡੀ ਇਹਦੇ ਪਾਸੇ। ਸਵਾਲ ਹੈ, ਸਵਾਲ ਦਾ ਜਵਾਬ ਦਿਓ। ਮੇਰੀ ਗੱਲ ਸੁਣ ਬਾਈ, ਜਦੋਂ ਅਸੀਂ ਗਲਤ ਕੰਮ ਹੀ ਨਹੀਂ ਕਰਨਾ, ਹੁਣ ਖੁਸ਼ੀ ਹੈ ਇਹਨੂੰ ਸਾਰਾ ਪੰਜਾਬ ਜਾਣਦਾ। ਓਹੋ, ਸਵਾਲ ਸਮਝੋ, ਸਵਾਲ ਇੱਕ ਮਿੰਟ ਮੈਂ ਸਮਝਾਣਾ। ਸਰਕਾਰ ਦੀ ਮਨਸ਼ਾ ਸਮਝੋ, ਇਹ ਆਮ ਲੋਕਾਂ ਦੀ ਆਵਾਜ਼ ਇਹ ਹੈ ਕਿ ਸਰਕਾਰ ਦੀ ਮਨਸ਼ਾ ਇਹ ਹੈ। ਹੁਣ ਤੁਹਾਡਾ ਜਵਾਬ ਕੀ ਹੈ? ਪਹਿਲੀ ਗੱਲ ਤਾਂ ਮੈਂ ਦਿੰਦਾ ਬਾਈ ਜਵਾਬ। ਠੀਕ ਆ, ਕੋਈ ਚੱਕਰ ਨਹੀਂ, ਪਹਿਲਾਂ ਕਿਸਾਨ ਸੀ, ਬਾਪੂ ਖੇਤੀ ਕਰਦਾ ਜੀ, ਆਪ ਖੇਤੀ ਕਰ ਲਾਂਗੇ। ਕਬੱਡੀ ਦਾ ਇੱਕ ਪਾਰਟ ਆਫ ਲਾਈਫ ਆ, ਮੇਰੀ ਲਾਈਫ ਨਹੀਂ ਹੈਗੀ ਕਬੱਡੀ, ਉਹ ਇੱਕ ਜ਼ਿੰਦਗੀ ਦਾ ਅਹਿਮ ਜੀ। ਹੁਣ ਕੇਜਰੀਵਾਲ ਉੱਥੋਂ ਅੰਦੋਲਨ ਚੋਂ ਬਣ ਸਕਦਾ ਤੇ ਅਸੀਂ ਖੁਸ਼ੀ ਨੂੰ ਮੰਤਰੀ ਬਣਾ ਦਿਆਂਗੇ, ਦੱਸ ਫਿਰ ਖੁਸ਼ੀ ਤੇ ਕਿਵੇਂ ਕਾਨੂੰਨ ਲਾ ਦੇਣਗੇ? ਅਸੀਂ ਇਹਨੂੰ ਜਿਤਾ ਦਿਆਂਗੇ ਜੇ ਇਹ ਬਣਾਉਣ ਲੱਗੇ ਆ। ਅਸੀਂ ਆਪਦੇ ਆਪ ਨੂੰ ਖੜੇ ਕਰਾਂਗੇ ਕਿਉਂਕਿ ਹੁਣ ਸਮੇਂ ਦੀ ਲੋੜ ਹੈਗੀ। ਜੇ ਕਾਨੂੰਨ ਬਣਾਉਣੇ ਉਹਦੇ, ਸਾਨੂੰ ਕਿਹੜਾ ਕਾਨੂੰਨ ਨਹੀਂ ਬਣਾਉਣਾ। ਹੁਣ ਇੱਥੇ ਦੱਸ ਰਾਜ ਕਿਹਦਾ? ਇੰਨੇ ਆ 15 ਕਿਲੋਮੀਟਰ ਏਰੀਏ 'ਚ ਸਿੱਖਾਂ ਦਾ ਰਾਜ ਆ, ਕਿਸਾਨਾਂ ਦਾ ਰਾਜ ਆ, ਹਰਿਆਣੇ ਦੇ ਜੰਟਾਂ ਦਾ ਰਾਜ ਆ। ਇਹ ਰਾਜ ਐਂ ਹੀ ਰਹਿਣਾ ਕਿਉਂਕਿ ਜਿਹੜਾ ਲੋਕਤੰਤਰ ਡਾਕਟਰ ਅੰਬੇਦਕਰ ਸਾਹਿਬ ਨੇ ਜਿਹੜਾ ਲਿਖਿਆ ਸੰਵਿਧਾਨ, ਇਹ 'ਚ ਇਹਨਾਂ ਨੇ ਸੋਧਾਂ ਵੀ ਕਰਤੀਆਂ। ਕਾਨੂੰਨ ਤਾਂ ਸਾਰਿਆਂ ਲਈ ਇੱਕ ਆ। ਸਰਕਾਰ ਹੁੰਦੀ ਧੱਕਾ ਕਰਦੀ। ਇੱਥੇ ਇੰਦਰਾ ਦਾ ਰਾਜ ਵੀ ਰਿਹਾ, ਹੋਰ ਪਹਿਲਾਂ ਵਾਲੇ ਉਹ ਕਿਹੜਾ ਰਹੇ? ਹੁਣ ਦੱਸ ਕਿੱਥੇ ਆ ਉਹ? ਸਭ ਨੇ ਚਲਾ ਜਾਣਾ। ਜਿਹਨੇ ਜਿਹੜਾ ਇੱਥੇ ਆਇਆ ਰਾਜਾ ਬਣਿਆ। ਸਾਡੇ ਕਹਾਵਤ ਮਸ਼ਹੂਰ ਆ, ਤਪੋਂ ਰਾਜ ਰਾਜੋਂ ਨਰਕ। ਠੀਕ, ਜਿਹੜਾ ਰਾਜ ਤੇ ਬਹਿੰਦਾ ਉਹਨੇ ਨਰਕਾਂ ਨੂੰ ਜਾਣਾ ਕਿਉਂਕਿ ਇੰਨਾ ਹੁਣ ਧੱਕਾ ਕਰ ਰਿਹਾ। ਅਸੀਂ ਕੋਈ ਲੜਨ ਨਹੀਂ ਆਏ, ਅਸੀਂ ਕੋਈ ਕਿਸੇ ਨੂੰ ਮਾੜਾ ਕਹਿ ਨਹੀਂ ਆਏ, ਅਸੀਂ ਕਿਸੇ ਦਾ ਕੋਈ ਕੰਮ ਰਕਾਉਣ ਨਹੀਂ ਆਏ। ਅਸੀਂ ਤਾਂ ਸਿਰਫ ਪੰਜਾਬ ਦੇ ਹੱਕ ਲੈਣ ਦੇ ਲਈ ਇੱਥੇ ਆਏ ਹੋਏ ਆ। ਇਹਦੇ ਰੀਅਲ ਹੀਰੋ ਜਾਂ ਖੁਸ਼ੀ ਜਾਂ ਮੈਂ ਇਹ ਕੋਈ ਨਹੀਂ ਹੈਗਾ। ਇਹ ਤੇ ਸਾਡੇ ਰੀਅਲ ਹੀਰੋ ਜਿਹੜੇ ਸਾਡੇ ਬਾਪੂ ਆ, ਜਿਨ੍ਹਾਂ ਨੇ ਪਹਿਲਾਂ ਤੋਂ ਇਹ ਸੰਘਰਸ਼ ਤੋਰੇ ਵੇ, ਕਿਸਾਨ ਜਥੇਬੰਦੀਆਂ, ਜਿਨ੍ਹਾਂ ਨੇ ਕਿ ਆਪਣੇ ਪੰਜਾਬ 'ਚ ਪਹਿਲਾਂ ਹਰੀ ਕ੍ਰਾਂਤੀ ਲਿਆਂਦੀ ਹੋਈ ਆ 40 50 ਸਾਲ ਤੋਂ। ਅਸੀਂ ਅੱਜ ਇੱਕ ਜਾਂ ਦੋ ਦਿਨਾਂ 'ਚ ਆ ਕੇ ਅਸੀਂ ਇੱਥੇ ਹੀਰੋ ਨਹੀਂ, ਇੱਥੇ ਅਸੀਂ ਜ਼ੀਰੋ ਲੈਵਲ ਤੋਂ ਚੱਲੇ ਆ ਤੇ ਇੱਥੇ ਅਸੀਂ ਜ਼ੀਰੋ ਹੀ ਆ। ਸਾਡੇ ਹੀਰੋ ਸਾਡੇ ਬਾਪੂ ਹੈਗੇ ਆ, ਬੈਠੇ ਆ। ਅਸੀਂ ਤਾਂ ਉਹਨਾਂ ਦੇ ਨਾਲਾਂ ਤੇ ਉਹਨਾਂ ਦੇ ਪਿੱਛੇ ਆ ਤੇ ਉਹਨਾਂ ਦੀ ਬੈਕਬੋਨ ਬਣ ਕੇ ਖੜੇ ਆ। ਜਿਹੜਾ ਸਾਨੂੰ ਉਹਨਾਂ ਦਾ ਹੁਕਮ ਆਉਣਾ ਕਿਸਾਨ ਜਥੇਬੰਦੀਆਂ ਦਾ, ਅਸੀਂ ਉਹਦੇ ਅਕੋਰਡਿੰਗ ਆ, ਨਾ ਕੋਈ ਅਸੀਂ ਆਪ ਮਾਰੇ ਆ ਵੀ ਉੱਦਾਂ ਹੀ ਤੁਰੇ ਫਿਰਦੇ ਆ। ਜਾਂ ਜੋ ਕਿਸਾਨ ਜਥੇਬੰਦੀਆਂ ਮੂਹਰੇ ਗੱਲ ਕਰ ਰਹੀਆਂ, ਅਸੀਂ ਪੂਰਾ ਉਹਨਾਂ ਦੇ ਅਧੀਨ ਰਹਿ ਕੇ ਚੱਲ ਰਹੇ ਆ। ਜੋਸ਼ ਵੀ ਆ ਨੌਜਵਾਨਾਂ 'ਚ, ਜੋ ਕਹਿੰਦੇ ਆ ਨੌਜਵਾਨ ਇੱਦਾਂ, ਪਰ ਨਹੀਂ ਸਮਝ ਵੀ ਆ ਸਾਨੂੰ ਕਿਉਂਕਿ ਸਾਡਾ ਇਹਦੇ ਨਾਲ ਇੱਕ ਵਾਰੀ ਪੰਗਾ ਨਹੀਂ ਪਿਆ, ਬਹੁਤ ਵਾਰੀ ਪਿਆ। ਕਿਉਂਕਿ ਇਹ ਜਿਹੜਾ ਹੁਣ ਅਸੀਂ ਪੜ੍ਹ ਚੁੱਕੇ, ਸਾਨੂੰ ਜਾਗਰੂਕਤਾ, ਸਾਨੂੰ ਪਤਾ ਵੀ ਕੀ ਕਰਨਾ। ਇਹ ਸਾਨੂੰ ਪਤਾ ਜੋ ਕਿਸਾਨ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਜਿਵੇਂ ਉਹਨਾਂ ਦੇ ਫੈਸਲੇ ਆਉਂਦੇ ਆ ਉਹਦੇ ਅਨੁਸਾਰ ਹੀ ਅਸੀਂ ਚੱਲ ਰਹੇ ਹਾਂ ਜੀ। ਮੈਨੂੰ ਇੱਕ ਚੀਜ਼ ਦੱਸੋ, ਬੜੀ ਸੋਹਣੀ ਗੱਲ ਕਹੀ ਤੁਸੀਂ ਕਿ ਅਸੀਂ ਕ੍ਰੈਡਿਟ ਨਹੀਂ ਲੈਣਾ, ਸ਼੍ਰੇ ਨਹੀਂ ਲੈਣਾ, ਹੈਨਾ? ਕੱਲ ਨੂੰ ਜਦੋਂ ਇਲੈਕਸ਼ਨ ਹੁੰਦੇ ਆ, ਚੋਣਾਂ ਹੁੰਦੀਆਂ, ਮੈਨੀਫੈਸਟੋ ਤਿਆਰ ਹੁੰਦੇ ਆ, ਮੈਨੀਫੈਸਟੋ ਦੇ ਵਿੱਚ ਹਰ ਸਰਕਾਰ ਆਪਣਾ ਗੁਣਗਾਨ ਕਰਦੀ ਆ। ਜੇ ਉਸ ਮੈਨੀਫੈਸਟੋ ਵਿੱਚ ਕਿਸੇ ਸਰਕਾਰ ਨੇ ਇਹ ਕਿਹਾ ਕਿ ਸਾਡੀ ਬਦੌਲਤ ਕਿਸਾਨਾਂ ਦਾ ਫਾਇਦਾ ਹੋਇਆ, ਉਸ ਪਾਰਟੀ ਦਾ ਹਸ਼ਰ ਕੀ ਕਰੋਗੇ? ਉਸ ਪਾਰਟੀ ਦਾ ਅਸਰ ਆ ਬਾਪੂ ਨੂੰ ਪੁੱਛ ਕੇ ਦੇਖ ਲਓ ਜੀ, ਥਣੇ ਬਾਦਲ ਨੂੰ। ਤੁਸੀਂ ਨੌਜਵਾਨ, ਤੁਹਾਡੇ ਕੋਲੋਂ ਵੀ ਸਵਾਲ ਹੈ। ਸੁਣ, ਅਸੀਂ ਤਾਂ ਬਾਈ ਨੌਲੇਜ ਤਾਂ ਹੈਗੀ ਆ। ਹੁਣ ਜਿਹੜਾ ਨੌਜਵਾਨ ਯੂਥ ਨੂੰ ਤਾਂ ਹਰ ਇੱਕ ਗੱਲ ਦਾ ਪਤਾ। ਰੌਲਾ ਕੀ ਹੁੰਦਾ, ਸਾਡੇ ਬੇਬੇ ਬਾਪੂ ਹੁੰਦੇ ਸੀ, ਉਹ ਕਹਿੰਦੇ ਸੀ ਤੱਕੜੀ ਆ ਉਹਨੂੰ ਪਾਉਣੀ ਆ। ਹੁਣ ਤਾਂ ਉਹ ਗਾਲਾਂ ਕੱਢਦੇ ਸੜੀਆਂ ਇਹਨਾਂ ਨੂੰ। ਹੁਣ ਮੈਂ ਕਿਤੇ ਨਹੀਂ ਕੱਢਣੀਆਂ ਮੈਂ ਤੈਨੂੰ। ਉਹ ਜਿਹੜੇ ਹੁਣ ਸਾਡੇ ਬੇਬੇ ਬਾਪੂ ਆ, ਉਹਨਾਂ ਦੇ ਦਿਮਾਗ 'ਚੋਂ ਪਿੰਡਾਂ ਵਾਲੀਆਂ ਪਹਿਲਾਂ ਵਾਲੀਆਂ ਗੱਲਾਂ ਨਿਕਲ ਗਈਆਂ। ਉਹਨਾਂ ਨੂੰ ਪਤਾ, ਉਹ ਦਿਮਾਗ ਹੁਣ ਇੱਥੇ ਸਾਰਾ ਪੰਜਾਬ ਬੈਠਾ। ਹੁਣ ਤਾਂ ਜਿਹੜਾ
ਜਿਹੜਾ ਸਾਡਾ ਬੁੜਾ 60 70 60 ਅੰਕ ਦਾ ਟੱਪਿਆ ਉਹ ਕਹਿੰਦਾ ਮੈਨੂੰ ਉੱਥੇ ਛੱਡਿਆ ਉਹ ਮੇਰਾ ਮੁੱਲ ਪੈ ਜਾਊਗਾ ਮੈਨੂੰ ਸ਼ਹੀਦ ਹੋ ਜੂ ਮੈਂ ਨਾਨਕ ਦੇ ਚਰਨਾਂ ਜਦੋਂ ਜਾਊਂਗਾ ਉਹਨੂੰ ਕਹਿ ਦੂੰਗਾ ਮੈਂ ਕਰਕੇ ਆਇਆ। ਹੁਣ ਤਾਂ ਉਹ ਜਿਹੜੇ ਬਜ਼ੁਰਗ ਵੀ ਆ ਸਾਡੇ ਉਹ ਵੀ ਇਹਨਾਂ ਨੂੰ ਗਾਲਾਂ ਕੱਢਣ ਲੱਗ ਗਏ। ਇੱਕ ਖੁਸ਼ੀ ਇਸ ਗੱਲ ਦੀ ਹੈ ਕਿ ਬਜ਼ੁਰਗ ਸਾਡੇ ਜਿਹੜੇ ਪਿਓ ਹੁੰਦੇ ਸਾਡੇ ਫਿਕਰ ਕਰਦੇ ਆ। ਤੁਸੀਂ ਚੰਗੀ ਗੱਲ ਆ ਤੁਸੀਂ ਆ ਕੇ ਫਿਕਰ ਕੀਤਾ। ਅਸੀਂ ਹਰ ਟਾਈਮ ਨਾਲ ਤੁਸੀਂ ਚੰਗਾ ਕੀਤਾ ਤੁਸੀਂ ਆ ਕੇ ਕਿਹਾ ਕਿ ਸਵਾਲ ਜਵਾਬ ਦੇਖੋ ਜਦੋਂ ਵਾਰਤਾਲਾਪ ਹੁੰਦੀਆਂ ਕੌਮ ਦਾ ਦੇਖੋ ਮੇਰੀ ਤੁਸੀਂ ਮੀਡੀਆ ਵਾਲੇ ਬੇਸ਼ੱਕ ਗੁੱਸਾ ਕਰੋ, ਕਿਸੇ ਕੌਮ ਦਾ ਨਾਂ ਨਹੀਂ ਲੈਣਾ, ਨਾ ਹਿੰਦੂ ਧਰਮ ਨਾਲ ਕੋਈ ਦੁਸ਼ਮਣੀ ਆ, ਨਾ ਮੁਸਲਮਾਨਾਂ ਧਰਮੀ, ਨਾ ਈਸਾਈ ਨਾਲ। ਇਹ ਸਿਰਫ ਇੱਕ ਕਿਸਾਨ ਜਥੇਬੰਦੀ ਨਾਲ ਬਸ ਆਹ ਗੱਲ ਆ ਸਿਰਫ ਇੱਕ ਕਿਸਾਨ ਦੇ ਨਾਲ ਗਵਰਨਮੈਂਟ ਦਾ ਤੁਸੀਂ ਜਦੋਂ ਇਹ ਗੱਲ ਤਾਂ ਮੋਦੀ ਨੂੰ ਸਮਝਣਾ ਚਾਹੀਦਾ। ਇੱਕ ਚੀਜ਼ ਮੈਨੂੰ ਇਹ ਦੱਸੋ ਇੱਕ ਚੀਜ਼ ਮੈਨੂੰ ਪਹਿਲਾਂ ਇੱਕ ਚੀਜ਼ ਮੈਨੂੰ ਇਹ ਦੱਸੋ ਜਦੋਂ ਇੰਟਰਵਿਊ ਸ਼ੁਰੂਆਤ ਹੋਈ ਸੀ ਕਿ ਤੁਸੀਂ ਇੱਥੇ ਸੀਗੇ? ਨਹੀਂ, ਮੈਂ ਬਾਅਦ ਚ ਆਇਆ। ਇਹ ਰੋਜ਼ਾਨਾ ਸਪੋਕਸਮੈਨ ਤੇ ਪੈ ਜਾਏਗੀ, ਫਿਰ ਮੈਂ ਤੁਹਾਨੂੰ ਆਪਣਾ ਨੰਬਰ ਦੇ ਕੇ ਜਾਊਂਗਾ। ਕੋਈ ਸਵਾਲ ਗਲਤ ਲੱਗਾ ਹੋਇਆ ਮੈਨੂੰ ਪਰਸਨਲੀ ਕਾਲ ਕਰਕੇ ਦੱਸਣਾ ਕਿ ਤੁਹਾਡਾ ਸਵਾਲ ਇਹ ਗਲਤ ਸੀਗਾ ਭਾਈ ਸਾਹਿਬ। ਉਦਾਂ ਚਲੋ ਨਿਗਾਹ ਤੋਂ ਨਹੀਂ ਸੁਣਦੇ ਰਹੀਦਾ ਕਿਸੇ ਲਾਗੇ ਸੁਣਦੇ ਦਾ। ਆਪਾਂ ਕੀ ਗੱਲ ਕਰ ਰਹੇ ਸੀਗੇ? ਜਵਾਨਾਂ ਨਾਲ ਗੱਲ ਕਰਨੀ, ਜਵਾਨ ਵਧੀਆ ਗੱਲ ਕਰਦੇ ਜੀ ਵੀ ਕੱਲ ਨੂੰ ਆਉਂਦੇ ਆ ਵੀ ਕੀ ਆਪਣੇ ਹੈ ਨਾ ਪੰਜਾਬ ਦਾ ਮਾਹੌਲ ਹੋਊਗਾ। ਆਪਣੇ ਪਤਾ ਕੀ ਹੈ ਬਾਪੂ ਫਿਕਰ ਕਰਦੇ ਆ ਵੀ ਜਿਹੜਾ ਇਹ ਅੰਦੋਲਨ ਚੱਲ ਰਿਹਾ ਕਿਤੇ ਇਹਨੂੰ ਧਰਮ ਦਾ ਨਾਂ ਲੈ ਕੇ ਵੀ ਇਹ ਖਰਾਬ ਨਾ ਹੋ ਜੇ। ਇਹਨਾਂ ਦੀ ਫਿਕਰ ਇਹ ਆ, ਇਹ ਸਹੀ ਆ ਜੀ, ਪਰ ਅਸੀਂ ਵੀ ਸੂਝਵਾਨ ਆ। ਅਸੀਂ ਕੋਈ ਇਹ ਚੀਜ਼ ਦੀ ਚੀਜ਼ ਤੇ ਨਹੀਂ ਹੈ ਵੀ ਇਹ ਅੰਦੋਲਨ ਨੂੰ ਅਸੀਂ ਕੋਈ ਹੋਰ ਖਰਾਬ ਨਹੀਂ ਕਰਨਾ ਚਾਹੁੰਦੇ। ਅਸੀਂ ਜੋ ਕਿਸਾਨ ਜਥੇਬੰਦੀਆਂ ਦਾ ਹੁਕਮ ਆ ਉਹਦੇ ਅਕੋਰਡਿੰਗ ਹੀ ਚੱਲਦੇ ਆ। ਜਿੱਥੇ ਤੱਕ ਉਹਨਾਂ ਨੇ ਸਾਨੂੰ ਕਹਿਤਾ ਵੀ ਇੱਥੇ ਰਹਿਣਾ ਇੱਥੇ ਆ, ਜਿੱਦਣ ਉਹਨਾਂ ਨੇ ਕਹਿਣਾ ਇਦੋਂ ਅੱਗੇ ਤੇ ਉਦੋਂ ਅੱਗੇ ਆ, ਜਿੱਥੇ ਉਹਨਾਂ ਦਾ ਹੁਕਮ ਆ। ਕਿਉਂਕਿ ਉਹਨਾਂ ਦੀ ਲਗਾਤਾਰ ਸੈਂਟਰ ਗਵਰਨਮੈਂਟ ਨਾਲ ਗੱਲ ਚੱਲਦੀ ਹੈ, ਕੱਲ ਵੀ ਚੱਲੀ, ਕੱਲ ਕਰਦੇ ਸੀ ਸੌਦਾ ਸਾਦਾ ਭਾਈ ਸਾਡੇ ਕੋਲ ਇੰਨਾ ਪੁਰਾਣਾ ਤਜਰਬਾ ਨਹੀਂ, ਉਹਨਾਂ 40 50 ਸਾਲ ਦਾ ਤਜਰਬਾ ਨਾ। ਜੇ ਅੱਜ ਅਸੀਂ 5 ਜਾਂ 4 ਦਿਨਾਂ 'ਚ ਉਹਨਾਂ ਦੇ ਤਜਰਬੇ ਨੂੰ ਟਿੱਚ ਜਾਣਾਂਗੇ ਤਾਂ ਅਸੀਂ ਕਿੱਡੇ ਘਾਟਾ ਖਾਵਾਂਗੇ। ਕਿਉਂਕਿ ਜਿਹੜੇ ਕਹਿੰਦੇ ਹੁੰਦੇ ਕੌਮ ਜਾਂ ਸੰਘਰਸ਼ ਉਹੀ ਹੁੰਦੇ ਜਿਹਦੇ ਆਗੂਆਂ ਦੇ ਅਕੋਰਡਿੰਗ ਚੱਲਿਆ ਜਾਵੇ। ਆਪ ਮਹਾਰੇ ਸੰਘਰਸ਼ ਇਹ ਹੈ ਵੀ ਇੱਕੋ ਦਮ ਲੱਗਦਾ ਵੀ ਸ਼ਾਇਦ ਫਤਿਹ ਹੋ ਗਿਆ, ਪਰ ਜਿਹੜੇ ਬੰਦੇ ਤਜਰਬੇ ਵਾਲੇ ਵੀ ਆਪਣੀ ਲੜਾਈ ਲੜਦੇ ਨੇ ਤਾਂ ਉਹਦਾ ਇੱਕ ਕਮਾਂਡਰ ਹੁੰਦਾ ਤੇ ਸਾਰੀ ਫੌਜ ਦਾ ਇੱਕ ਕਮਾਂਡਰ ਹੁੰਦਾ। ਸਾਡੇ ਵੀ ਕਮਾਂਡਰ ਆ ਤੇ ਉਹ ਬੈਠੇ ਆ ਉਹਨਾਂ ਦੇ ਅਕੋਰਡਿੰਗ ਚੱਲਦਾ। ਦੋਸਤੋ ਮੀਡੀਆ ਦਾ ਹਸ਼ਰ ਕੀ ਹੋ ਗਿਆ? ਮੀਡੀਆ ਦਾ ਹਸ਼ਰ ਇਹ ਹੋ ਗਿਆ ਜਿਹੜੇ ਪੱਤਰਕਾਰ ਸਵਾਲ ਕਰਿਆ ਕਰਦੇ ਸੀਗੇ ਅੱਜ ਕਟਹਿਰੇ ਦੇ ਵਿੱਚ ਖੁਦ ਵੀ ਹੈਗੇ। ਉਹ ਕਿਉਂ? ਕਿਉਂਕਿ ਅਸੀਂ ਆਪਣੀ ਬਰਾਦਰੀ ਨੂੰ ਆਪ ਹੀ ਬਦਨਾਮ ਕੀਤਾ ਹੈ। ਪਰ ਮੈਂ ਇਸ ਮਾਈਕ ਨੂੰ ਜਦੋਂ ਹੱਥ ਦੇ ਵਿੱਚ ਫੜ ਲੈਣਾ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈਗੀ ਹੈ। ਅਸੀਂ ਪੰਜਾਬ ਦਾ ਉਹ ਮੀਡੀਆ ਕਿ ਜਦੋਂ ਅਸੀਂ ਸੜਕ ਦੇ ਉੱਤੇ ਉਤਰਦੇ ਹਾਂ ਤਾਂ ਲੋਕ ਥਾਪੜਾ ਮਾਰ ਕੇ ਕਹਿੰਦੇ ਆ ਕਿ ਤੁਸੀਂ ਕੰਮ ਬਹੁਤ ਚੰਗਾ ਕਰਦੇ ਪਏ ਹੋ। ਲੇਕਿਨ ਜਿਹੜੀ ਗੋਦੀ ਮੀਡੀਆ ਜਿਸ ਨੂੰ ਨਾਮ ਦੇ ਦਿੱਤਾ ਗਿਆ ਜੋ ਇੱਥੇ ਨਜ਼ਰ ਵੀ ਆਉਂਦੀ ਹੈ ਕਿਸਾਨਾਂ ਦੇ ਵਿੱਚ ਤੇ ਕਿਸਾਨ ਉਹਨਾਂ ਨੂੰ ਭਜਾਉਂਦੇ ਵੀ ਵਿਖਦੇ ਆ, ਉਸ ਗੋਦੀ ਮੀਡੀਆ ਨੂੰ ਸੋਚਣਾ ਪਏਗਾ ਕਿ ਆਉਣ ਵਾਲਾ ਸਮਾਂ ਕਿਸ ਦਾ। ਰਵੀਸ਼ ਜੀ ਦੇ ਨਾਲ ਮੇਰੀ ਗੱਲ ਹੋਈ ਸੀਗੀ। ਰਵੀਸ਼ ਜੀ ਕਹਿੰਦੇ ਆ ਕਿ 90% ਪੱਤਰਕਾਰ ਇਹੋ ਜਿਹੇ ਹੈਗੇ ਆ ਜੋ ਚੰਗੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਆ, ਪਰ ਉਹਨਾਂ ਦੇ ਉੱਪਰ ਜੋ ਉਹਨਾਂ ਦੇ ਮਾਲਕ ਬੈਠੇ ਹੋਏ ਆ ਉਹਨਾਂ ਨੂੰ ਕੰਮ ਕਰਨ ਨਹੀਂ ਦਿੰਦੇ। ਉਹ ਸਾਰਾ ਪ੍ਰੋਪੋਗੈਂਡਾ ਪਿੱਛੋਂ ਸੈੱਟ ਹੁੰਦਾ। ਇਸ ਕਰਕੇ ਜੇ ਕੋਈ ਰਿਪੋਰਟਰ ਤੁਹਾਡੇ ਕੋਲ ਆਂਦਾ ਹੈ ਕਿਸੇ ਚੈਨਲ ਦਾ ਜਿਸ ਨੂੰ ਤੁਸੀਂ ਗੋਦੀ ਮੀਡੀਆ ਕਹਿੰਦੇ ਹੋ, ਉਸ ਪੱਤਰਕਾਰ ਨਾਲ ਉਸ ਰਿਪੋਰਟਰ ਨਾਲ ਬਦਸਲੂਕੀ ਨਾ ਕਰਨਾ, ਉਹਦੇ ਅੱਗੇ ਹੱਥ ਜੋੜ ਕੇ ਉਹਨੂੰ ਭੇਜ ਦੇਣਾ, ਕਿਉਂਕਿ ਉਹਦਾ ਵੀ ਘਰ ਹੈਗਾ, ਉਹਨੇ ਵੀ ਰੋਟੀ ਖਾਣੀ ਹੈ, ਆਪਣੇ ਘਰਦਿਆਂ ਨੂੰ ਵੀ ਰੋਟੀ ਖਵਾਉਣੀ ਹੈ। ਡਿਊਟੀ ਕਰ ਰਿਹਾ ਜੀ, ਸਾਨੂੰ ਪਤਾ ਹੈ ਨਾ, ਸਾਡੇ ਆਰਮੀ 'ਚ ਭਰਾ ਸਾਡੀ ਆਪਦੀ ਡਿਊਟੀ ਕਰ ਰਿਹਾ, ਉਹ ਆਪਦੀ ਡਿਊਟੀ ਕਰ ਰਿਹਾ, ਪਰ ਅਸੀਂ ਤਾਂ ਉਹਨੂੰ ਗੋਦੀ ਮੀਡੀਆ ਕਹਿ ਕੇ ਭੇਜਦੇ ਹਾਂ। ਕੁਛ ਹੱਥੋਂ ਪਾਈ ਕੁਛ ਨਹੀਂ ਕਰਦੇਗੇ। ਉੱਥੇ ਕਿਸਾਨਾਂ ਦੀਆਂ ਹੀ ਉੱਥੇ ਸੀ ਮੀਡੀਆ ਵਾਲੇ ਖੜੇ ਸੀ, ਉਹ ਸੀਗੇ ਫਿਰ ਉਹ ਜਿਹੜੇ ਇਹਨਾਂ ਦੇ ਮੇਨ ਜੇ ਚੈਨਲ ਆ, ਅਸੀਂ ਉਹਨਾਂ ਨੂੰ ਕਿਹਾ ਪੱਤਰਕਾਰੀ ਕਰਨੀ ਆ ਤਾਂ ਰਵੀਸ਼ ਕੁਮਾਰ ਵਾਂਗੂ ਕਰੋ। ਠੀਕ ਆ, ਵਿਕ ਗਿਆ ਸਾਰਾ ਮੀਡੀਆ, ਕੱਲਾ ਰਵੀਸ਼ ਕੁਮਾਰ ਨਹੀਂ ਵਿਕਿਆ। ਉਹ ਕਿਉਂ ਕਿਹਾ ਜਾਂਦਾ? ਰਵੀਸ਼ ਕੁਮਾਰ ਕਿਹੜਾ ਪੰਜਾਬ 'ਚ ਤੁਰਿਆ ਫਿਰਦਾ ਜਾਂ ਉਹ ਲੋਕਾਂ ਨੂੰ ਕੁਛ ਇੱਥੇ ਆ ਕੇ ਬਣ ਰਿਹਾ? ਕਿਉਂਕਿ ਜਿਹੜਾ ਪੱਤਰਕਾਰ, ਪਹਿਲਾਂ ਤੁਸੀਂ ਬਾਪੂ ਜੀ ਨੇ ਬਹੁਤ ਵਧੀਆ ਗੱਲਾਂ ਦਾ ਜਵਾਬ ਦਿੱਤਾ, ਪੱਤਰਕਾਰ ਇੱਕ ਨਿਰਪੱਖ ਹੁੰਦਾ, ਉਹਨੇ ਹਰ ਇੱਕ ਐਂਗਲ ਨੂੰ, ਹਰ ਇੱਕ ਧਰਮ ਨੂੰ, ਹਰ ਇੱਕ ਚੀਜ਼ ਨੂੰ ਕਵਰ ਕਰਨਾ ਹੁੰਦਾ, ਹਰ ਇੱਕ ਪੱਖ ਦਾ ਉਹਨੇ ਸਵਾਲ ਰੱਖਣਾ ਹੁੰਦਾ, ਉਹ ਤੋਂ ਆਊਟਪੁੱਟ ਲੈਣੀ ਹੁੰਦੀ ਲੋਕਾਂ ਦੀ ਵੀ ਲੋਕ ਕੀ ਸੋਚ ਰਹੇ ਆ। ਪਰ ਕਿਉਂਕਿ ਮੀਡੀਆ ਨੇ ਹਾਲ ਹੀ ਇਦਾਂ ਕਰਤਾ, ਜਦੋਂ ਪੰਜਾਬ 'ਚ ਲੋਕ ਬੈਠੇ ਸੀ ਨਾ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਗਈ, ਕਿਉਂਕਿ ਆਪਣਾ ਜਿਹੜਾ ਪੰਜਾਬ ਦਾ ਮੀਡੀਆ ਇਹੀ ਕਵਰ ਕਰ ਰਿਹਾ ਸੀਗਾ ਤੇ ਬਾਕੀ ਤਾਂ ਕਰਦੇ ਹੀ ਨਹੀਂ। ਹੁਣ ਚਲੋ ਤੁਸੀਂ ਤੁਹਾਡੀ ਰਿਸਪੈਕਟ ਤਾਂ ਹੁੰਦੀ, ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਆ, ਬਾਕੀ ਤੁਹਾਡਾ ਚੈਨਲ ਸ਼ੁਰੂ ਤੋਂ ਇਹ ਸੰਘਰਸ਼ ਨਾਲ ਜੁੜੇ ਹੋਏ ਹੋ ਤੇ ਸਾਨੂੰ ਵੀ ਅਸੀਂ ਦੇਖਦੇ ਹਾਂ ਨਾ ਤੁਹਾਡਾ ਜਿੱਦਾਂ ਕਿ ਇੰਟਰਵਿਊਆਂ ਦੇ ਦਿੰਦੇ ਆ ਵੀ ਕਿਹੜੇ ਮੀਡੀਆ ਨੇ ਕਿਹੜੇ ਨੇ ਸਾਡੇ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ, ਅਸੀਂ ਵੀ ਉਹਦਾ ਸਾਥ ਦੇਵਾਂਗੇ। ਬਾਕੀ ਅਸੀਂ ਵੀ ਦੂਜੇ ਮੀਡੀਆ ਦੀ ਕੱਲ ਅਸੀਂ ਨਾਰੇ ਲਾ ਰਹੇ, ਸਾਡੀ ਬਾਈਟ ਮੰਗਦੇ ਸੀ, ਉਹ ਹੀ ਦਿੱਤੀ ਨਹੀਂ, ਅਸੀਂ ਕਿਹਾ ਵੀ ਜਾਓ। ਦੋਸਤੋ ਅਸਲੀ ਇਮਤਿਹਾਨ ਉਦੋਂ ਪਤਾ ਲੱਗੇਗਾ ਜਦੋਂ ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਹੁੰਦੀ, ਫਿਰ ਵੇਖਦੇ ਕਿ ਮੀਡੀਆ ਕਿਸ ਤਰ੍ਹਾਂ ਕੰਮ ਕਰਦਾ। ਉਹ ਸਵਾਲ ਹੁੰਦਾ, ਉਹ ਸਾਡੇ ਲਈ ਵੀ ਇਮਤਿਹਾਨ ਹੁੰਦਾ ਕਿ ਜੇ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਤੇ ਕੇਂਦਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕੰਮ ਕਰਕੇ ਦਿਖਾਉਂਦੇ। ਉਸ ਤੋਂ ਬਾਅਦ ਸਾਡਾ ਚੈਨਲ ਰੋਜ਼ਾਨਾ ਸਪੋਕਸਮੈਨ ਜੋ ਹਮੇਸ਼ਾ ਤੋਂ
ਸਰਕਾਰਾਂ ਦੇ ਖਿਲਾਫ ਉਤਰਦਾ ਆਇਆ, ਆਲੋਚਕ ਬਣ ਕੇ ਆਇਆ। ਜਿੱਥੇ ਹੁਣ ਖੜੇ ਹੋ ਇੱਥੇ ਵੀ ਬੀਜੇਪੀ ਦੀ ਸਰਕਾਰ ਹੈ, ਇੱਥੇ ਕੋਈ ਦਿੱਕਤ ਆਈ ਨਹੀਂ। ਜਦੋਂ ਤੁਸੀਂ ਇਕੱਠੇ ਹੋ ਕੇ ਤੇ ਨਿਰਪੱਖ ਹੋ ਕੇ ਤੁਰੋਗੇ ਤਾਂ ਤੁਹਾਨੂੰ ਕਿਤੇ ਵੀ ਰੁਕਾਵਟ ਨਹੀਂ ਆਊਗੀ। ਦੁਨੀਆ 'ਚ ਜਿੱਥੇ ਮਰਜ਼ੀ ਜਾਇਓ, ਅਸੀਂ ਤਾਂ ਸਾਰੀ ਦੁਨੀਆ ਘੁੰਮ ਕੇ ਦੇਖ ਚੁੱਕੇ ਹਾਂ। ਜਦੋਂ ਤੁਸੀਂ ਪੰਜਾਬ 'ਚ ਨਾ ਹੀ ਨਾ ਲਓ, ਨਹੀਂ ਇੱਥੇ ਬਾੜਨੇ ਬੁੜਨੇ ਆਪਾਂ ਉਹਦੇ ਪਿੰਡਾਂ 'ਚ ਵੀ ਨਹੀਂ ਵੜਨ ਦੇ ਰਹੇ ਲੋਕਾਂ ਨੇ, ਜਿਨ੍ਹਾਂ ਦੀ ਗੱਡੀਆਂ ਦੇ ਉੱਤੇ ਸਟicker ਲੱਗੇ, ਸਟicker ਪੜਤੇ। ਮੈਂ ਤਾਂ ਇਹ ਚਾਹੁੰਦਾ ਵੀ ਜਿਹੜੇ ਆਪਣੇ ਪੰਜਾਬ ਦੇ ਵਧੀਆ ਪੱਤਰਕਾਰ ਆ, ਨਵਾਂ ਲੋਕ ਗੱਡੀਆਂ ਭੰਨਣਗੇ, ਤੁਸੀਂ ਸਟicker ਪੁੱਟਣ ਦੀ ਗੱਲ ਕਰਦੇ ਹੋ ਕਿ ਨਹੀਂ? चलो वसीम बरेलवी साहब कहते हैं कि असूलों पर आँच आए तो टकराना जरूरी है, जिंदा हो तो जिंदा नज़र आना जरूरी है। खुशी दुग्गा अमन मेरे नाल सीगे, कैमरे ते मेरा साथ दे रहे सीगे सुखविंदर। मैं हाँ तुहाडा मेज़बान लंकेश त्रिखा, रोज़ाना स्पोक्समैन दे लई। जय जवान जय किसान।